ਵਾਹਿਗੁਰੂ। ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ, ਸਿਮਰੋ ਅੰਗਦ ਦੁਖ ਨਿਕੰਦ। ਗੁਰੂ ਅਮਰਦਾਸ ਹਿਰਦੈ ਨਿਤ ਧਿਆਉ, ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਣ ਗਾਓ। ਗੁਰੂ ਅਰਜਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸ਼ਕ। ਸ਼੍ਰੀ ਹਰਿਗੋਬਿੰਦ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਨਮੋ ਕਰ। ਸ਼੍ਰੀ ਹਰਿ ਕ੍ਰਿਸ਼ਨ ਮਨਾਉ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਮਿਸਾਲਾ, ਤਰੋਂ ਤਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਵੰਦੋਂ ਬਾਰ ਬਾਰ ਜਗਦੀਸਾ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਇ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਇ। ਦੋਹਰਾ ਮੌਨ ਧਰੇ ਪ੍ਰਭ ਸੁਨਤੇ ਰਹੇ। ਪੁਨ ਪ੍ਰਸੰਨ ਹਵੈ ਕਰ ਬਚ ਕਹੇ। ਤੁਝ ਪ੍ਰੀਤ ਕਹਿਨ ਹੁਤੋ ਜਬ ਹੋਏ। ਕਹਿ ਦੀਨੋ ਅਬ ਆਪੋ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਕੱਲ੍ਹ ਆਪਾਂ ਵਿਚਾਰਾਂ ਸਰਵਣ ਕਰ ਰਹੇ ਸੀ ਜਦੋਂ ਬਹਾਦਰ ਸ਼ਾਹ ਦਾ ਗੋਦਾਵਰੀ ਨਦੀ 'ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਨਾਲ ਮਿਲਣਾ ਹੋਇਆ ਅਤੇ ਬਹਾਦਰ ਸ਼ਾਹ ਨੇ ਸਤਿਗੁਰਾਂ ਦੇ ਸਾਹਮਣੇ ਆਪਣੀਆਂ ਗਲਤੀਆਂ ਕਬੂਲ ਕੀਤੀਆਂ ਕਿ ਮੈਂ ਸ਼ਰ੍ਹਾ ਤੋਂ ਡਰਦਾ ਹੋਇਆ, ਸ਼ਰ੍ਹਾਵਾਦੀਆਂ ਕਾਜ਼ੀਆਂ ਮਲਾਣਿਆਂ ਤੋਂ ਡਰਦਾ ਹੋਇਆ ਤੁਹਾਡਾ ਵਚਨ ਨਹੀਂ ਮੰਨ ਸਕਿਆ। ਮੈਂ ਮਾਫੀ ਚਾਹੁੰਦਾ ਹਾਂ ਮਹਾਰਾਜ, ਮੈਥੋਂ ਗਲਤੀ ਹੋਈ, ਮੈਂ ਮੰਨਦਾ ਹਾਂ। ਧੰਨ ਗੁਰੂ ਗੋਬਿੰਦ ਸਿੰਘ ਜੀ ਚੁੱਪ ਕਰਕੇ ਸੁਣਦੇ ਰਹੇ ਅਤੇ ਜਦੋਂ ਇਹ ਸਾਰੀਆਂ ਬੇਨਤੀਆਂ ਕਰਕੇ ਚੁੱਪ ਕਰ ਗਿਆ ਅਤੇ ਪਾਤਸ਼ਾਹ ਕਹਿੰਦੇ ਹੁਣ ਅਸੀਂ ਤੈਨੂੰ ਕੀ ਕਹੀਏ, ਜੋ ਅਸੀਂ ਤੈਨੂੰ ਕਹਿਣਾ ਸੀ ਤੂੰ ਆਪ ਹੀ ਕਬੂਲ ਕਰ ਲਿਆ ਹੈ। ਤੁਹਾਡਾ ਜਿਹੜਾ ਰਾਜ ਹੈ ਇਹ ਤਾਂ ਹੁਣ ਸ਼ਰਾਪਿਆ ਗਿਆ ਹੈ, ਮੁਗਲਾਂ ਦਾ ਰਾਜ ਹੁਣ ਨਹੀਂ ਰਹੇਗਾ। ਤੂੰ ਸਾਡੀ ਸ਼ਰਨ ਵਿੱਚ ਆਇਆ ਹੈ, ਇਸ ਕਰਕੇ ਤੈਨੂੰ ਓਨਾ ਕੁ ਸਮਾਂ ਦਿੰਦੇ ਹਾਂ ਜਿੰਨੀ ਕੁ ਤੇਰੀ ਉਮਰ ਹੈ। ਤੇਰੇ ਤੋਂ ਬਾਅਦ ਅਗਲਾ ਰਾਜਾ ਮੁਗਲਾਂ ਦਾ ਨਹੀਂ ਹੋਵੇਗਾ, ਇਹ ਰਾਜ ਖਤਮ ਹੋ ਜਾਵੇਗਾ। ਇਹ ਵਿਚਾਰਾਂ ਸਤਿਗੁਰਾਂ ਦੇ ਨਾਲ ਚੱਲ ਰਹੀਆਂ ਸਨ ਕਿ ਇੱਧਰ ਬੰਦਾ ਸਿੰਘ ਬਹਾਦਰ ਦੀ ਪਿੱਛੇ ਆਪ ਜੀ ਨੇ ਵਿਚਾਰ ਸੁਣੀ, ਜਿਸ ਨੇ ਸ੍ਰੀ ਹਰਿਮੰਦਰ ਸਾਹਿਬ ਜਾ ਕਰਕੇ ਆਪਣੇ ਆਪ ਨੂੰ ਗੁਰੂ ਦੀ ਬਰਾਬਰੀ ਦਰਸਾਉਣ ਦੀ ਕੋਸ਼ਿਸ਼ ਕੀਤੀ, ਪਰ ਸਿੰਘਾਂ ਨੂੰ ਇਹ ਗੱਲ ਮਨਜ਼ੂਰ ਨਾ ਹੋਈ ਅਤੇ ਉਸ ਵੇਲੇ ਉਹਨਾਂ ਨੇ 5 ਸਿੰਘਾਂ ਨੂੰ ਤਿਆਰ ਕਰਕੇ ਗੁਰੂ ਗੋਬਿੰਦ ਸਿੰਘ ਜੀ ਕੋਲ ਅਬਚਲ ਨੰਦੇੜ ਭੇਜਿਆ, ਸ੍ਰੀ ਹਜ਼ੂਰ ਸਾਹਿਬ ਭੇਜਿਆ ਅਤੇ ਇਹ ਵੀ ਪਹੁੰਚ ਗਏ ਹਨ ਉਸ ਵੇਲੇ ਜਦੋਂ ਇਹ ਗੱਲ ਚੱਲ ਰਹੀ ਹੈ। ਬਹਾਦਰ ਸ਼ਾਹ ਕਹਿ ਰਹੇ ਆ ਤੁਸੀਂ ਆਪਣੇ ਸਿੱਖ ਦੇ ਕੋਲੋਂ ਬਦਲਾ ਲੈ ਲਿਆ ਹੈ, ਜਿਹੜੇ ਦੋਸ਼ੀ ਸਨ ਉਹਨਾਂ ਨੂੰ ਤੁਹਾਡੇ ਬੰਦੇ ਨੇ ਖਤਮ ਕਰ ਦਿੱਤਾ ਹੈ, ਕਿਰਪਾ ਕਰਕੇ ਉਹਨੂੰ ਰੋਕੋ। ਹੁਣ ਦੇਸ਼ ਵਿੱਚ ਬੜੀ ਤਰਥੱਲੀ ਮੱਚੀ ਹੋਈ ਹੈ, ਮਹਾਰਾਜ ਸ਼ਾਂਤੀ ਬਖਸ਼ੋ। ਤਾਂ ਪਾਤਸ਼ਾਹ ਇਸ ਵਿਸ਼ੇ 'ਤੇ ਕੀ ਜਵਾਬ ਦਿੰਦੇ ਆ ਇਹ ਹੁਣ ਆਪਾਂ ਆਰੰਭ ਕਰਕੇ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ।
ਗੱਜ ਕੇ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ। ਮੌਨ ਮੌਨ ਤਰੇ ਪ੍ਰਭ ਸੁਨਤੇ ਰਹੇ, ਪੁਨ ਪ੍ਰਸੰਨ ਹਵੈ ਕਰ ਬਚ ਕਹੇ। ਔਰ ਬਹਾਦਰ ਸ਼ਾਹ ਖੜਾ ਬੇਨਤੀਆਂ ਕਰਦਾ ਰਿਹਾ ਤੇ ਸਤਿਗੁਰੂ ਗੋਦਾਵਰੀ ਨਦੀ ਦੇ ਕਿਨਾਰੇ ਤੇ ਪਾਣੀ ਵਿੱਚ ਖੜੇ ਹੋਏ ਇਹਦੀਆਂ ਬੇਨਤੀਆਂ ਸੁਣਦੇ ਰਹੇ ਜੀ। ਤੁਝ ਪ੍ਰਤ ਕਹਿਨ ਹੋ ਤੋ ਹਮ ਜੋਏ, ਕਹਿ ਦੀਨੋ ਅਬ ਆਪੋ ਸੋਏ। ਔਰ ਜਦੋਂ ਇਹ ਚੁੱਪ ਕਰ ਗਿਆ, ਪਾਤਸ਼ਾਹ ਕਹਿੰਦੇ ਹੁਣ ਤੈਨੂੰ ਅਸੀਂ ਕੀ ਕਹੀਏ, ਤੂੰ ਆਪਣੀ ਗਲਤੀ ਆਪ ਹੀ ਕਬੂਲ ਕਰ ਲਈ ਹੈ, ਜੋ ਅਸੀਂ ਕਹਿਣਾ ਸੀ ਤੂੰ ਆਪ ਹੀ ਕਹਿ ਰਿਹਾ ਹੈ। ਆਪਨੋ ਕਹਿਓ ਕਰਿਓ ਨਹਿ ਸਾਚਾ, ਸ਼ਰਾਬਾਨ ਤੇ ਚਿਤ ਡਰ ਰਾਚਾ। ਤੂੰ ਸਾਡੇ ਨਾਲ ਵਾਅਦਾ ਕਰਕੇ ਵਾਅਦਾ ਪੂਰਾ ਨਹੀਂ ਕੀਤਾ, ਆਪਣੀ ਸ਼ਰ੍ਹਾ ਦੇ ਵਿੱਚ ਫਸਿਆ ਹੋਇਆ ਡਰ ਗਿਆ ਹੈ। ਸਲਤਨ ਤੁਮਰੀ ਸ਼ਰਾਪਤ ਹੈ, ਨਹੀਂ ਸਥਿਰਤਾ ਆਗੈ ਰਹਿ। ਔਰ ਜਿਹੜੀ ਤੁਹਾਡਾ ਰਾਜ ਭਾਗ ਹੈ, ਸਲਤਨ ਭਾਵ ਰਾਜ ਭਾਗ ਜੋ ਬਾਬਰ ਨੂੰ ਬਾਬੇ ਨਾਨਕ ਨੇ ਦਿੱਤਾ ਸੀ, ਤਾਂ ਨਾਲ ਹੀ ਇਹ ਕਹਿ ਦਿੱਤਾ ਸੀ ਕਿ ਜਦੋਂ ਤੁਹਾਡੇ ਰਾਜ ਵਿੱਚ ਜ਼ੁਲਮ ਵੱਧ ਜਾਵੇਗਾ ਉਦੋਂ ਇਹ ਰਾਜ ਅਸੀਂ ਵਾਪਸ ਲੈ ਲਾਂਗੇ। ਭਾਈ ਮਰਦਾਨਾ ਜੀ ਨੇ ਕਿਹਾ ਮਹਾਰਾਜ ਕੀ ਕਰ ਰਹੇ ਹੋ? ਕਹਿੰਦੇ ਬਾਬਰ ਨੂੰ 7 ਕੁੱਲਾਂ ਦਾ ਰਾਜ ਦੇਤਾ। ਤੇ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਸਿੱਖਾਂ ਵਾਸਤੇ ਕੀ ਰੱਖਿਆ? ਕਹਿੰਦੇ ਫਿਰ ਹੁਣ ਤਾਂ ਦੇਤਾ, ਹੁਣ ਤਾਂ 7 ਸੀਸ ਦੇ ਕੇ ਵਾਪਸ ਲੈਣਾ ਪੈਣਾ। ਉਹ ਕਾਰਜ ਫਿਰ 10ਵੇਂ ਜਾਮੇ ਵਿੱਚ ਜਾ ਕੇ ਪੂਰਾ ਹੋਇਆ ਤੇ ਪਾਤਸ਼ਾਹ ਜੀ ਕਹਿੰਦੇ ਹੁਣ ਇਹ ਤੁਹਾਡੇ ਕੋਲ ਰਾਜ ਨਹੀਂ ਰਹੇਗਾ। ਸ਼ਰਨ ਪਰਿਓ ਤੋ ਕੋ ਹਮ ਜਾਨਾ, ਜਬ ਲੋ ਜੀ ਇਹ ਦਿਓ ਇਹ ਦਾਨਾ। ਪਰ ਸਾਡਾ ਇੱਕ ਸੁਭਾਅ ਹੈ, ਜੋ ਸ਼ਰਨ ਆਵੇ ਤਿਸ ਕੰਠ ਲਗਾਵੇ, ਇਹ ਬਿਰਧ ਸੁਆਮੀ ਸੰਦਾ। ਅਸੀਂ ਆਪਣੇ ਬਿਰਧ ਬਾਣੀ ਨੂੰ ਪਾਲਦੇ ਹੋਏ, ਸੁਭਾਅ ਨੂੰ ਯਾਦ ਕਰਦੇ ਹੋਏ ਤੈਨੂੰ ਇੰਨਾ ਬਚਨ ਕਰਦੇ ਹਾਂ ਕਿ ਜਿੰਨੀ ਕੁ ਤੇਰੀ ਉਮਰ ਹੈ। ਤੁਮ ਪਿਤ ਬੜ ਅਪਰਾਧ ਕਮਾਏ, ਰਾਜ ਤੇਜ ਤੁਰਕਾਨ ਗਵਾਏ। ਉਹਨਾਂ ਚਿਰ ਤੈਨੂੰ ਰਾਜਦਾਨ ਵਿੱਚ ਦਿੰਦੇ ਹਾਂ। ਵੈਸੇ ਤੁਸੀਂ ਰਾਜ ਕਰਨ ਦੇ ਯੋਗ ਨਹੀਂ ਹੈਗੇ, ਤੇਰੇ ਪਿਤਾ ਨੇ ਇਤਨੇ ਵੱਡੇ ਅਪਰਾਧ ਪਾਪ ਕੀਤੇ ਹਨ ਕਿ ਜਿਸ ਨੇ ਤੁਰਕਾਂ ਦਾ ਰਾਜ ਜਿਹੜਾ ਚੜ੍ਹਦੇ ਦੁਪਹਿਰ ਦੇ ਸੂਰਜ ਵਰਗਾ ਸੀਗਾ, ਉਸ ਦਾ ਪ੍ਰਤਾਪ ਤੇਜ ਪਾਪ ਕਰ ਕਰਕੇ ਖਤਮ ਕਰ ਲਿਆ ਹੈ ਜੀ। ਨਹੀਂ ਬਹੋਰ ਸਕੈ ਅਬ ਕੋਈ, ਈਸ਼ਰ ਕੀ ਇੱਛਾ ਅਸ ਹੋਈ। ਔਰ ਇਹ ਕਹਿ ਰਿਹਾ ਸੀ ਮਹਾਰਾਜ ਆਪਣੇ ਬੰਦਿਆਂ ਨੂੰ ਰੋਕੋ, ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਉਹਨੂੰ ਹੁਣ ਕੌਣ ਰੋਕ ਸਕਦਾ ਹੈ। ਤੇ ਜਿਹੜਾ ਸ਼ਰਾਪ ਤੁਹਾਡੇ ਰਾਜ ਨੂੰ ਮਿਲ ਗਿਆ, ਇਹ ਸ਼ਰਾਪ ਨੂੰ ਵੀ ਹੁਣ ਕੋਈ ਬਦਲ ਨਹੀਂ ਸਕਦਾ ਜੀ। ਅਬ ਪੀ ਉਤਰ ਸਕਿਓ ਨਹਿ ਪੂਰਾ, ਤਰਸਤ ਬਹੁਤ ਬਿਦ ਹੋਇਓ ਪੂਰਾ। ਔਰ ਮੈਂ ਤੁਹਾਨੂੰ ਮਾਫ ਵੀ ਕਰ ਦਿੰਦਾ ਜੇ ਤੂੰ ਬਚਨ ਪੂਰਾ ਕਰ ਦਿੰਦਾ, ਤੇ ਇਹ ਵਜੀਦੇ ਵਰਗੇ ਆਪਦੇ ਹੱਥੀ ਮੈਨੂੰ ਫੜਾ ਦਿੰਦਾ ਨਾ, ਮੈਨੂੰ ਬੰਦਾ ਨਾ ਭੇਜਣਾ ਪੈਂਦਾ, ਮੈਂ ਤੁਹਾਨੂੰ ਇਹ ਪਾਪ ਮਾਫ ਵੀ ਕਰ ਦਿੰਦਾ। ਪਰ ਤੂੰ ਵੀ ਆਪਣੇ ਬਚਨਾਂ ਤੇ ਪੂਰਾ ਨਹੀਂ ਉਤਰਿਆ, ਡਰਦਾ ਹੋਇਆ ਬਚਨਾਂ ਤੋਂ ਮੁੱਕਰ ਗਿਆ ਹੈ, ਝੂਠਾ ਪੈ ਗਿਆ ਹੈ ਜੀ। ਸੁਨਤ ਬਹਾਦਰ ਸ਼ਾਹੋ ਲਜਾਇਓ, ਪ੍ਰਭੂ ਜੀ ਦੀ ਜੈ ਰੋਰ ਹਟਾਇਓ। ਬਹਾਦਰ ਸ਼ਾਹ ਸ਼ਰਮਸ਼ਾਰ ਹੋਇਆ, ਨੀਵੀਂ ਪਾ ਕੇ ਖੜਾ ਹੈ। ਆਪਾਂ ਇਹ ਵੀ ਕਥਾ ਸੁਣਦੇ ਹਾਂ, ਜਿਸ ਵੇਲੇ ਗੁਰੂ ਪਿਆਰਿਓ ਬਹਾਦਰ ਸ਼ਾਹ ਨੇ ਉਹ ਹੀਰਾ ਪਾਤਸ਼ਾਹ ਜੀ ਨੂੰ ਪੇਸ਼ ਕੀਤਾ, ਤੇ ਪਾਤਸ਼ਾਹ ਜੀ ਨੇ ਗੁੱਸੇ ਦੇ ਵਿੱਚ ਫੜ ਕੇ ਹੀਰਾ ਨਦੀ ਵਿੱਚ ਵਗਾ ਦਿੱਤਾ। ਤੇ ਪਾਤਸ਼ਾਹ ਕਹਿੰਦੇ ਕਿਵੇਂ ਆ, ਕੀ ਸੋਚਾਂ 'ਚ ਪੈ ਗਿਆ? ਕਹਿੰਦਾ ਜੀ ਬੜਾ ਕੀਮਤੀ ਹੀਰਾ ਸੀਗਾ। ਕਹਿੰਦੇ ਅੱਛਾ, ਇਹਦਾ ਖਿਆਲ ਸੀ ਸ਼ਾਇਦ ਬਾਬਾ ਮਾਇਆ ਨਾਲ ਮੰਨ ਜਾਵੇਗਾ, ਪਰ ਪਾਤਸ਼ਾਹ ਤਾਂ ਇਹਨਾਂ ਸਾਰੀ ਸ੍ਰਿਸ਼ਟੀ ਦੇ ਮਾਇਆ ਦੇ ਖੁਦ ਮਾਲਕ ਆ, ਉਹ ਤਾਂ ਸਾਨੂੰ ਮਾਇਆ ਦੇਣ ਵਾਲੇ ਆ। ਪਾਤਸ਼ਾਹ ਕਹਿੰਦੇ ਬੜਾ ਕੀਮਤੀ ਸੀ, ਕੱਢ ਲਾ, ਇੱਥੇ ਪਿਆ ਹੋਣਾ ਪੱਤਣ ਤੇ। ਜਦ ਕਹਿੰਦੇ ਬਹਾਦਰ ਸ਼ਾਹ ਨੇ ਹੱਥ ਮਾਰਿਆ ਤੇ ਪੱਤਣ ਤੋਂ ਹੀਰਿਆਂ ਦੇ ਨਾਲ ਲੱਪ ਭਰ ਗਈ ਉਸ ਦੀ, ਤੇ ਲੱਪ ਦੇ ਵਿੱਚ ਕਈ ਹੀਰੇ ਉਸ ਤਰ੍ਹਾਂ ਦੇ ਆ ਗਏ। ਹੈਰਾਨ ਹੋ ਗਿਆ ਵੀ ਮੈਂ ਤਾਂ ਇੱਕੋ ਹੀ ਦਿੱਤਾ ਸੀ, ਇੱਕੋ ਹੀ ਸਿੱਟਿਆ ਸੀ, ਇੰਨੇ ਕਿੱਥੋਂ ਆ ਗਏ? ਪਾਤਸ਼ਾਹ ਕਹਿੰਦੇ ਆਪ ਦਾ ਕੱਢ ਲੈ, ਬਾਕੀ ਵਿੱਚੇ ਸਿੱਟ ਦੇ, ਸਾਡਾ ਖਜ਼ਾਨਾ ਹੈ। ਜਦੋਂ ਵੀ ਪਾਤਸ਼ਾਹ ਜੀ ਨੇ ਆਪਣਾ ਖਜ਼ਾਨਾ ਕਿਤੇ ਗੁਪਤ ਕੀਤਾ ਹੈ ਤਾਂ ਉਹ ਜ਼ਿਆਦਾਤਰ ਪਾਣੀ ਵਿੱਚ ਕੀਤਾ ਹੈ। ਚਾਹੇ ਉਹ 2 ਕੰਗਣ ਸਿੱਟੇ ਆ ਬਚਪਨ ਵਿੱਚ,
ਚਾਹੇ ਅਨੰਦਪੁਰ ਸਾਹਿਬ ਦੇ ਵਿੱਚ ਅਰਬਾਂ ਦਾ ਸਮਾਨ ਸੋਨਾ ਚਾਂਦੀ ਹੀਰੇ ਜਵਾਹਰ ਸਤਲੁਜ ਦੇ ਕਿਨਾਰੇ ਤੇ ਨੱਪੇ ਹਨ, ਤੇ ਚਾਹੇ ਅੱਜ ਹੀਰਾ ਸਿੱਟਿਆ ਹੈ। ਤਾਂ ਗੁਰੂ ਪਿਆਰਿਓ, ਬਹਾਦਰ ਸ਼ਾਹ ਹੈਰਾਨ ਹੋ ਗਿਆ, ਸ਼ਕਤੀਆਂ ਦੇ ਮਾਲਕ ਨੂੰ ਕੁਝ ਸਮਝਿਆ, ਅੰਤਰਜਾਮਤਾ ਨੂੰ ਵੀ ਪਹਿਲਾਂ ਸਮਝਿਆ ਜਦੋਂ ਇਹ ਜੰਗ ਦੇ ਵਿੱਚ ਹੀ ਸੋਚਣ ਲੱਗ ਪਿਆ ਸੀਗਾ ਬਈ ਜੇ ਗੁਰੂ ਸਾਹਿਬ ਨੇ ਮੇਰਾ ਕੰਮ ਪੂਰਾ ਕਰ ਦਿੱਤਾ ਤੇ ਮੈਨੂੰ ਜਿਤਾ ਕੇ ਰਾਜ ਦਿਵਾ ਦਿੱਤਾ, ਜੇ ਕੋਈ ਛੋਟਾ ਮੋਟਾ ਸਵਾਲ ਹੋਇਆ ਤੇ ਪੂਰਾ ਕਰ ਦਿਆਂਗੇ, ਵੱਡਾ ਹੋਇਆ ਤੇ ਵੇਖੀ ਜਾਊਗੀ। ਤੇ ਪਾਤਸ਼ਾਹ ਨੇ ਉੱਥੇ ਹੀ ਹੱਥ ਖਿੱਚ ਲਿਆ ਸੀਗਾ। ਤੇ ਫਿਰ ਜਦੋਂ ਵੇਖਿਆ ਵੀ ਹਾਰੂੰਗਾ, ਫਿਰ ਬੇਨਤੀ ਭੇਜੀ, ਫਿਰ ਸੁਨੇਹਾ ਭੇਜਿਆ, ਮਹਾਰਾਜ ਕਰੋ ਕਿਰਪਾ। ਤੇ ਪਾਤਸ਼ਾਹ ਕਹਿੰਦੇ ਪਹਿਲਾਂ ਦਿਲ ਵਿੱਚ ਕੀ ਸੋਚੀ ਜਾਣਾ ਹੈ, ਦਿਲ ਚੋਂ ਜਿਹੜਾ ਹੈ ਨਾ ਤੇਰਾ ਮੈਲ ਉਹ ਕੱਢ, ਪਹਿਲਾਂ ਸਿੱਧਾ ਹੋ ਜਾ। ਸੱਪ ਵੀ ਖੱਡ ਵਿੱਚ ਵੜਨ ਲੱਗਿਆ ਸਿੱਧਾ ਹੋ ਜਾਂਦਾ, ਕੋਈ ਸਤਨਾਮ ਸੀ। ਫਿਰ ਉਹਦੇ ਬੰਦੇ ਨੇ ਜਾ ਕੇ ਦੱਸਿਆ ਉਸ ਨੂੰ ਵੀ ਪਾਤਸ਼ਾਹ ਕਹਿੰਦੇ ਤੂੰ ਸੋਚੀ ਜਾਣਾ ਵੀ ਮੈਂ ਸਵਾਲ ਪੂਰਾ ਨਹੀਂ ਕਰਨਾ। ਕਹਿੰਦਾ ਸੋਚਿਆ ਤਾਂ ਸੀਗਾ। ਕਹਿੰਦੇ ਫਿਰ ਦਿਮਾਗ ਚੋਂ ਕੱਢ ਦੇ, ਉਧਰ ਦਿਲਾਂ ਦੀਆਂ ਪੁੱਜਣ ਵਾਲੇ ਆ, ਕੋਈ ਸਤਨਾਮ ਸੀ। ਤਾਂ ਪਾਤਸ਼ਾਹ ਜੀ ਨੂੰ ਕਹਿਣ ਲੱਗਿਆ ਜੀ ਦੇਸ਼ ਵਿੱਚੋਂ ਰੌਲਾ ਮੁਕਾ ਦਿਓ, ਆਪਣੇ ਬੰਦੇ ਨੂੰ ਰੋਕ ਲਓ ਜੀ। ਜਬ ਲਓ ਸਲਤਨ ਮੁਝ ਪ੍ਰਭ ਦੀ, ਕਰੋ ਕਿਰਪਾ ਹੋਏ ਸੰਕਟ ਹੀ। ਕਿਰਪਾ ਕਰੋ, ਜਿੰਨਾ ਚਿਰ ਤੁਸੀਂ ਮੈਨੂੰ ਰਾਜ ਬਖਸ਼ਿਸ਼ ਕੀਤਾ ਹੈ ਉਹਨਾਂ ਚਿਰ ਤਾਂ ਮੈਂ ਸੁੱਖ ਨਾਲ ਰਾਜ ਭੋਗ ਲਵਾਂ। ਮਹਾਰਾਜ ਆਪਣੇ ਬੰਦਾ ਸਿੰਘ ਬਹਾਦਰ ਨੂੰ ਜੋ ਸਿੱਖ ਤੁਸੀਂ ਭੇਜਿਆ, ਜਿਸ ਨੇ ਸਾਰਾ ਪੰਜਾਬ ਜਿੱਤ ਲਿਆ ਹੈ, ਔਰ ਵਜੀਦੇ ਵਰਗੇ ਦੁਸ਼ਟਾਂ ਦਾ ਜਿਨ੍ਹਾਂ ਨੂੰ ਤੁਸੀਂ ਮਾਰਨਾ ਚਾਹੁੰਦੇ ਸੀ ਉਹਨਾਂ ਦਾ ਖਾਤਮਾ ਕਰ ਦਿੱਤਾ ਹੈ, ਔਰ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਧਾਕ ਪੈਂਦੀ ਆ। ਮਹਾਰਾਜ ਦਿੱਲੀ ਦੇ ਲੋਕ ਵੀ ਸੌਂਦੇ ਨਹੀਂ, ਕਿਤੇ ਬੰਦਾ ਸਿੰਘ ਬਹਾਦਰ ਆ ਕੇ ਦਿੱਲੀ ਤੇ ਹਮਲਾ ਨਾ ਕਰ ਦੇਵੇ। ਮਹਾਰਾਜ ਕਿਰਪਾ ਕਰੋ, ਹੁਣ ਉਸ ਨੂੰ ਵਾਪਸ ਬੁਲਾ ਲਓ ਜੀ। ਦਿਨ ਪ੍ਰਾਤ ਲਿਖਿਓ ਆਏ ਅਹਿਵਾਲ, ਪਰੀ ਸਰਬ ਦੇਸ਼ਨ ਚਰਚਾ। ਔਰ ਬਹਾਦਰ ਸ਼ਾਹ ਕਹਿੰਦਾ ਰੋਜ਼ਾਨਾ ਮੇਰੇ ਕੋਲੇ ਸੂਬੇਦਾਰਾਂ ਦੀਆਂ ਚਿੱਠੀਆਂ ਆਉਂਦੀਆਂ, ਚਿੱਠੀਆਂ ਤੇ ਹਾਲ ਲਿਖਿਆ ਹੁੰਦਾ ਕਿ ਦੇਸ਼ ਦੀ ਚਾਲ ਵਿਗੜੀ ਹੋਈ ਆ, ਜਨਤਾ ਲੁੱਟੀ ਜਾ ਰਹੀ ਹੈ। ਗੁਰੂ ਦਾ ਭੇਜਿਆ ਬੰਦਾ ਜਿਹੜਾ ਹੈ ਪੰਜਾਬ ਦੇ ਇਸ ਭਾਰਤ ਦੇ ਇਲਾਕੇ ਵਿੱਚ ਤਰਥੱਲੀ ਮਚਾ ਚੁੱਕਿਆ ਹੈ। ਨਹਿ ਦਿੱਲੀ ਲਗ ਕਰਹਿ ਕਰਾਮੂ, ਅਤ ਚਿੰਤਾ ਸੁਪਤੈ ਤਮਾਮੂ। ਔਰ ਮੇਰੇ ਸੁਣਨ ਵਿੱਚ ਇਹ ਵੀ ਆਇਆ ਕਿ ਹੁਣ ਪੰਜਾਬ ਨੂੰ ਜਿੱਤ ਕੇ ਦਿੱਲੀ ਤੇ ਹਮਲਾ ਕਰੇਗਾ ਉਹ। ਤੇ ਮਹਾਰਾਜ ਸਾਨੂੰ ਹੁਣ ਨੀਂਦ ਨਹੀਂ ਆਉਂਦੀ ਦਿੱਲੀ ਦੇ ਵਿੱਚ। ਏਤੀ ਬਾਤ ਕਰਤ ਤੇ ਖਰੇ, ਪਹੁੰਚੇ ਪੰਜ ਸਿੰਘ ਰਿਸ ਭਰੇ। ਇਧਰੋਂ ਹਰਮੰਦਰ ਸਾਹਿਬ ਤੋਂ ਜਿਹੜੀ ਗੱਲਬਾਤ ਹੋਈ ਸੀ ਬੰਦਾ ਸਿੰਘ ਬਹਾਦਰ ਦੇ ਨਾਲ, ਬਾਬਾ ਬਨੋਦ ਸਿੰਘ, ਕਾਹਨ ਸਿੰਘ ਵਰਗੇ ਜਿਹੜੇ ਗੁੱਸੇ ਹੋ ਗਏ ਸਨ, ਬਈ ਤੂੰ ਇਹ ਨਹੀਂ ਕਰ ਸਕਦਾ, ਗੁਰੂ ਸਾਹਿਬ ਦੀ ਬਰਾਬਰੀ ਨਹੀਂ ਕਰ ਸਕਦਾ, ਤੈਨੂੰ ਜਰਨੈਲ ਬਣਾਇਆ, ਤੈਨੂੰ ਜਰਨੈਲ ਦਾ ਸਤਿਕਾਰ ਦਿੰਦੇ ਆ, ਤੈਨੂੰ ਰਾਜਾ ਬਣਾ ਸਕਦੇ ਆਪ ਦਾ, ਪਰ ਗੁਰੂ ਦੀ ਬਰਾਬਰੀ ਨਹੀਂ ਹੋ ਸਕਦੀ। ਉਹ ਕਹਿੰਦਾ ਸੀਗਾ ਕਿ ਵਾਹਿਗੁਰੂ ਜੀ ਕੀ ਫਤਿਹ ਛੱਡ ਕੇ ਦਰਸ਼ਨ ਕੀ ਫਤਿਹ ਕਹੋ, ਭਾਵ ਮੇਰੇ ਦਰਸ਼ਨਾਂ ਦੀ ਫਤਿਹ ਬੁਲਾਇਆ ਕਰੋ। ਤਾਂ ਉਸ ਵੇਲੇ ਗੁਰੂ ਪਿਆਰਿਓ ਸਿੰਘਾਂ ਨੇ ਕਿਹਾ ਵੀ ਜੋ ਬਾਬੇ ਨੇ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹੋ ਹੀ ਬੋਲੇਗੀ। ਕੁਝ ਲੋਕ ਉਹਦੇ ਮਗਰ ਲੱਗੇ ਹੋਏ ਸਨ ਜਿਨ੍ਹਾਂ ਨੂੰ ਬੰਦਈ ਖਾਲਸੇ ਦਾ ਨਾਮ ਉਹਨੇ ਦਿੱਤਾ ਸੀਗਾ। ਤੇ ਦੂਜੇ ਪਾਸੇ ਤਤ ਖਾਲਸਾ ਹੁੰਦਾ ਹੈ ਜਿਹੜਾ ਗੁਰੂ ਦੇ ਬਚਨਾਂ ਮੁਤਾਬਕ ਚੱਲਦਾ, ਜੋ ਤਤ ਮੁਤਾਬਕ ਚੱਲਦਾ, ਜਿਹਦੇ ਨਾਲ ਸਾਨੂੰ ਜੋੜਿਆ ਗੁਰਬਾਣੀ ਨਾਲ, ਜਿਹੜਾ ਇਹਦੇ ਨਾਲ ਜੁੜਿਆ ਉਹ ਤਤ ਖਾਲਸਾ ਹੈ। ਤੇ ਕੁਝ ਬੰਦੇ ਦੇ ਨਾਲ ਜੁੜ ਗਏ ਸਨ, ਪਾਰਟੀ ਬਾਈ ਬਣ ਹੀ ਜਾਂਦੀ ਆ, ਉਹ ਆਪਣੇ ਆਪ ਨੂੰ ਉਸ ਦੇ ਸੇਵਕ ਸਮਝਦੇ ਸਨ। ਉੱਥੇ ਰੌਲਾ ਪੈ ਗਿਆ, ਜਿਸ ਕਰਕੇ ਉਹਨਾਂ ਨੇ ਇਹ ਫੈਸਲਾ ਕਰਾਉਣ ਵਾਸਤੇ ਪੰਜਾਂ ਸਿੰਘਾਂ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹਜ਼ੂਰੀ 'ਚ ਭੇਜਿਆ। ਉਸ ਵੇਲੇ ਸਿੰਘਾਂ ਨੇ ਪਹੁੰਚ ਕੇ ਪੜਾਅ 'ਤੇ ਪੁੱਛਿਆ ਗੁਰੂ ਸਾਹਿਬ ਕਿੱਥੇ ਆ? ਕਹਿੰਦੇ ਜੀ ਉਹ ਗੋਦਾਵਰੀ 'ਤੇ ਇਸ਼ਨਾਨ ਕਰਨ ਗਏ ਆ। ਉਹ ਪੰਜੇ ਸਿੰਘ ਇੱਥੇ ਪਹੁੰਚ ਗਏ ਜਿੱਥੇ ਬਹਾਦਰ ਸ਼ਾਹ ਨਾਲ ਗੱਲਬਾਤ ਹੋ ਰਹੀ ਸੀ। ਏਤੀ ਬਾਤ ਕਰਤ ਤੇ ਖਰੇ, ਪਹੁੰਚੇ ਪੰਜ ਸਿੰਘ ਰਿਸ ਭਰੇ। ਔਰ ਬੜੇ ਗੁੱਸੇ ਦੇ ਵਿੱਚ ਇਹਨਾਂ ਪੰਜਾਂ ਸਿੰਘਾਂ ਨੇ ਪਾਤਸ਼ਾਹ ਜੀ ਦੇ ਕੋਲ ਆ ਕੇ ਨਮਸਕਾਰ ਕੀਤੀ ਹੈ। ਚਰਨ ਸਰੋਜਨ ਕੋ ਲਪਟਾਏ, ਗੁਰ ਪੂਜੇ ਕਿਤ ਤੇ ਤੁਮ ਆਏ। ਔਰ ਧੰਨ ਗੁਰੂ ਗੋਬਿੰਦ ਸਿੰਘ ਜੀ ਹੁਣ ਕਿਨਾਰੇ ਤੇ ਬਾਹਰ ਆ ਗਏ ਹਨ ਔਰ ਆਪਣੇ ਬਸਤਰ ਆਦਿ ਪਹਿਨ ਲਏ, ਔਰ ਇਹਨਾਂ ਪੰਜਾਂ ਸਿੰਘਾਂ ਨੇ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕੀਤੀ ਆ।
ਡੰਡੌਤ ਬੰਦਨਾ ਕੀਤੀ ਆ, ਹੱਥ ਬੰਨ ਕੇ ਸਾਹਮਣੇ ਖੜ ਗਏ। ਪੁੱਛਿਆ ਸਿੰਘੋ ਤੁਸੀਂ ਕਿੱਥੋਂ ਆਏ ਹੋ? ਸੁਨ ਤਿਨ ਸ਼ਬਦ ਬ੍ਰਤੰਤ ਬਖਾਨਾ, ਗਰਬਿਓ ਬੰਦਾ ਹਿਰਦੈ ਮਹਾਨਾ। ਔਰ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਪੰਜਾਂ ਸਿੰਘਾਂ ਨੇ ਦੱਸਿਆ ਜੀ ਬੰਦੇ ਨੂੰ ਹੰਕਾਰ ਹੋ ਗਿਆ। ਇਹ ਸਤਿਗੁਰ ਨੂੰ ਪਤਾ ਹੀ ਸੀਗਾ, ਕਿਉਂਕਿ ਹੋਣੀ ਟਲਦੀ ਨਹੀਂ। ਸਤਿਗੁਰ ਨੇ ਪਹਿਲਾਂ ਹੀ ਦੱਸਿਆ ਸੀਗਾ, ਜਦੋਂ ਤੂੰ ਆਪਣੇ ਮਕਸਦ ਤੋਂ ਪਾਸੇ ਹੋ ਗਿਆ ਉਦੋਂ ਹੀ ਤੇਰਾ ਕੰਮ ਖਰਾਬ ਹੋ ਸਕਦਾ। ਇਸ ਕਰਕੇ ਮੈਂ ਤੈਨੂੰ ਪਹਿਲਾਂ ਕਹਿਣਾ ਕਿ ਤੂੰ ਲੰਗੋਟ ਦਾ ਜਤੀ ਰਹੀ, ਇਸ ਕਰਕੇ ਤਾਂ ਕਿ ਤੂੰ ਕਾਰਜ ਪੂਰਾ ਕਰ ਸਕੇ। ਜਿਸ ਤੋਂ ਬਾਅਦ ਗੁਰੂ ਪਿਆਰੋ ਫਿਰ ਗਾਂਹ ਦੀ ਗਾਂਹ ਮੱਤ ਮਾਰੀ ਗਈ। ਸੰਸਾਰ ਦੇ ਵਿੱਚ ਕਹਾਵਤ ਬਣੀ ਹੈ ਕਿ ਰੱਬ ਲੱਤ ਨਹੀਂ ਮਾਰਦਾ, ਬੰਦੇ ਦੀ ਮੱਤ ਮਾਰਦਾ। ਕਹੋ ਸਤਿਨਾਮ। ਤੇ ਜਦੋਂ ਬੰਦੇ ਦੀ ਮੱਤ ਮਾਰੀ ਜਾਂਦੀ ਹੈ ਫਿਰ ਬੰਦਾ ਆਪਣੇ ਮਕਸਦ ਤੋਂ ਔਟਲ ਜਾਂਦਾ, ਥੜਕ ਜਾਂਦਾ ਤੇ ਫਿਰ ਕੰਮ ਖਰਾਬ ਹੋ ਜਾਂਦਾ। ਖੈਰ ਇਹ ਵੀ ਹੋਣੀ ਆ। ਹੁਣ ਇੱਥੇ ਬੰਦਾ ਸਿੰਘ ਬਹਾਦਰ ਨੇ ਸ਼ਾਦੀ ਕਰਾਈ, ਮੰਨ ਲਓ ਜੇ ਸ਼ਾਦੀ ਨਾ ਕਰਾਉਂਦਾ, ਇਸੇ ਤਰ੍ਹਾਂ ਉਹ ਸ਼ਹੀਦੀ ਉਸਨੇ ਜੰਬੂਰਾਂ ਦੇ ਨਾਲ ਉਹਦਾ ਮਾਸ ਨੋਚਿਆ ਗਿਆ, ਬਾਹਾਂ ਤੋਂ, ਸਰੀਰ ਤੋਂ, ਸਾਰੇ ਤੋਂ। ਔਰ ਉਸ ਤੋਂ ਬਾਅਦ ਉਸ ਦੇ ਬੱਚੇ ਨੂੰ ਲਿਆਂਦਾ ਗਿਆ। ਗੱਲ ਕਿੱਥੋਂ ਚੱਲੀ? ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਵੇਲੇ ਮੌਕੇ ਦਾ ਰਾਜਾ ਕਹਿੰਦਾ, ਜੇ ਕਿਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਮੈਂ ਹੁੰਦਾ ਮੈਂ ਗੋਡੀਆਂ ਲਵਾ ਦਿੰਦਾ। ਉਹਨੂੰ ਮਾਣ ਸੀਗਾ, ਆਪਦੀ ਤਾਕਤ ਤੇ ਸਾਰਿਆਂ ਨੂੰ ਸੀਗਾ, ਵਜੀਦੇ ਨੂੰ ਵੀ ਸੀਗਾ, ਬਹਾਦਰ ਸ਼ਾਹ ਨੂੰ, ਰੰਗਜੇਬ ਨੂੰ, ਸਾਰਿਆਂ ਨੂੰ ਸੀਗਾ। ਪਰ ਜਦੋਂ ਘੋੜੀ ਮੈਦਾਨ 'ਚ ਭੱਜਦੀ ਨਾ ਫਿਰ ਪਤਾ ਲੱਗਦਾ ਕਿਹੜੀ ਤੇਜ਼ ਭੱਜਦੀ ਆ। ਕਹੋ ਸਤਿਨਾਮ ਸਿੰਘ। ਤਾਂ ਗੁਰੂ ਪਿਆਰਿਓ, ਜਿਸ ਵੇਲੇ ਉਸਨੇ ਕਿਹਾ ਕਿ ਜੇ ਕਿਤੇ ਗੁਰੂ ਗੋਬਿੰਦ ਸਿੰਘ ਦੇ ਸਮੇਂ ਮੈਂ ਹੁੰਦਾ ਮੈਂ ਗੋਡੀਆਂ ਲਵਾ ਦਿੰਦਾ, ਤੇ ਬੰਦਾ ਸਿੰਘ ਬਹਾਦਰ ਕਹਿੰਦਾ ਤੂੰ ਯਾਰ ਮੇਰੀ ਲਵਾ ਕੇ ਦੇਖ, ਗੁਰੂ ਸਾਹਿਬ ਤਾਂ ਬੜੀ ਵੱਡੀ ਤਾਕਤ ਹੈ। ਕਹੋ ਸਤਿਨਾਮ। ਹੁਣ ਤੂੰ ਮੇਰੀ ਗੋਡੀ ਲਵਾ, ਮੈਨੂੰ ਮਨਾ ਕੇ ਦਿਖਾ ਕੀ ਚਾਹੁੰਦਾ ਤੂੰ। ਕਹਿੰਦਾ ਮੈਂ ਤੈਨੂੰ ਵੀਨ ਬਣਾਉਂਗਾ। ਕਹਿੰਦੇ ਮਨਾ। ਫਿਰ ਉਸਨੇ ਤਸੀਹੇ ਦੇਣੇ ਸ਼ੁਰੂ ਕੀਤੇ ਗੁਰੂ ਪਿਆਰਿਓ। ਔਰ ਪਹਿਲਾਂ ਨਹੁੰ ਪੱਟੇ ਗਏ, ਸਰੀਰ ਤੋਂ ਮਾਸ ਪੱਟਿਆ ਗਿਆ ਜੰਬੂਰਾਂ ਦੇ ਨਾਲ। ਬੰਦਾ ਸਿੰਘ ਨਹੀਂ ਡੋਲਿਆ। ਦੇਖੋ ਇਹ ਵੀ ਇੱਕ ਵੱਡੀ ਸ਼ਹੀਦੀ ਹੈ। ਇਹਦੇ ਵਿੱਚ ਆਪਾਂ ਬੰਦਾ ਸਿੰਘ ਨੂੰ ਗਲਤ ਨਹੀਂ ਕਹਿ ਸਕਦੇ। ਹੋਣੀ ਵਰਤਣੀ ਹੈ, ਮੌਤ ਸਭ ਦੀ ਹੋਣੀ ਆ ਕਿਸੇ ਨਾ ਕਿਸੇ ਬਹਾਨੇ। ਹੀਲੇ ਰਿਜ਼ਕ ਬਹਾਨੇ ਮੌਤ, ਬਚਦਾ ਤਾਂ ਕੋਈ ਵੀ ਨਹੀਂ। ਗੁਰੂ ਸਾਹਿਬਾਂ ਨੇ ਵੀ ਜਦੋਂ ਮੌਤ ਦਾ ਸੱਦਾ ਆਇਆ ਤੇ ਤੀਜੇ ਪਾਤਸ਼ਾਹ ਕਹਿੰਦੇ ਸਿੱਖੋ ਮੈਨੂੰ ਸੱਦਾ ਆ ਗਿਆ, ਮੈਂ ਹੁਣ ਚੱਲਿਆ। ਤੇ ਸੰਗਤਾਂ ਕਹਿੰਦੀਆਂ ਜੀ ਸਾਡਾ ਕੌਣ? ਤੁਸੀਂ ਸੋਢੀ ਰਾਮਦਾਸ ਜੀ ਦੇ ਚਰਨੀ ਲੱਗੋ, ਹੁਣ ਤੁਹਾਡਾ ਮਾਰਗਦਰਸ਼ਨ ਇਹ ਕਰਨਗੇ। ਕਹੋ ਸਤਿਨਾਮ ਸਿੰਘ। ਸਤਿਗੁਰ ਪ੍ਰਤੱਖ ਹੁੰਦੇ ਬਹਿਰਾਜ ਆਪ ਟਿਕਾਇਆ ਤੇ ਸਾਰੀ ਸੰਗਤ ਨੂੰ ਸਤਿਗੁਰ ਚੌਥੇ ਪਾਤਸ਼ਾਹ ਦੀ ਚਰਨੀ ਲਾਇਆ। ਸੱਦ ਵਿੱਚ ਸਾਰੀ ਬਚਨ ਵਿਲਾਸ ਲਿਖੇ ਹੈ। ਤਾਂ ਗੁਰੂ ਪਿਆਰਿਓ, ਬੰਦਾ ਸਿੰਘ ਬਹਾਦਰ ਨੂੰ ਫਿਰ ਈਨ ਮਨਾਉਣ ਵਾਸਤੇ ਉਸ ਮੌਕੇ ਦੇ ਰਾਜੇ ਨੇ ਕੀ ਕੀਤਾ? ਬੰਦਾ ਸਿੰਘ ਬਹਾਦਰ ਦਾ ਪੁੱਤਰ ਲੈ ਆਂਦਾ ਔਰ ਪੁੱਤਰ ਦੇ ਇੱਥੇ ਮਾਰ ਕਰਕੇ ਛੁਰਾ ਤੇ ਉਸ ਦਾ ਦਿਲ ਕੱਢ ਲਿਆ। ਤੇ ਦਿਲ ਕੱਢ ਕੇ ਬੰਦਾ ਸਿੰਘ ਬਹਾਦਰ ਦੇ ਮੁਖ ਵਿੱਚ ਪਾ ਕੇ ਪੁੱਛਦਾ ਹੈ ਕਿਵੇਂ ਲੱਗਦਾ? ਕਹਿੰਦਾ ਬਹੁਤ ਸਵਾਦ ਲੱਗਦਾ। ਪੁੱਤਰ ਤੋਂ ਮਿੱਠਾ ਮੇਵਾ ਹੋਰ ਕਿਹੜਾ ਹੁੰਦਾ ਹੈ? ਕਹੋ ਸਤਿਨਾਮ। ਭਾਵ ਇੱਥੇ ਵੀ ਡੋਲਿਆ ਨਹੀਂਗਾ, ਮੇਰੇ ਪੁੱਤਰ ਦਾ ਹੈ। ਤੂੰ ਕੀ ਸੋਚਦਾ ਹੈ ਕਿ ਮੇਰੇ ਪੁੱਤਰ ਨੂੰ ਸ਼ਹੀਦ ਕਰਕੇ ਮੈਨੂੰ ਡਲਾ ਦੇਵੇਂਗਾ? ਮੇਰੇ ਬਾਪੂ ਨੇ, ਮੇਰੇ ਪਿਤਾ ਨੇ, ਜਿਹਨੇ ਮੈਨੂੰ ਭੇਜਿਆ, ਉਹਨੇ 4 ਪੁੱਤਰ ਇੱਦਾਂ ਹੀ ਸ਼ਹੀਦ ਕਰਾਇਆ। ਮੇਰਾ ਹੋ ਗਿਆ ਫਿਰ ਕੀ ਹੋ ਗਿਆ? ਮੈਂ ਆਪਣੇ ਮਕਸਦ ਤਿਲਕਣ ਵਾਲਾ ਨਹੀਂ। ਬੰਦਾ ਸਿੰਘ ਬਹਾਦਰ ਨੂੰ ਡਲਾਉਣ ਵਾਸਤੇ ਉਹਦੇ ਸਾਹਮਣੇ 700 ਸਿੰਘਾਂ ਦਾ ਜਥਾ ਜਿਹੜਾ ਇੱਧਰੋਂ ਫੜ ਕੇ ਲਗਾਏ ਸੀ, ਗੱਡਿਆਂ ਦੇ ਉੱਤੇ ਸਿਰ ਵੀ ਭਰ ਕੇ ਲਗਾਏ ਸਿੰਘਾਂ ਦੇ, ਔਰ 700 ਜਿਹੜੇ ਸਨ ਕੈਦ ਕਰਕੇ ਲਗਾਏ। ਤੇ ਉਹਨਾਂ ਵਿੱਚੋਂ 100 ਸਿੰਘਾਂ ਨੂੰ ਰੋਜ਼ ਸਾਹਮਣੇ ਕਤਲ ਕੀਤਾ ਜਾਂਦਾ ਕਿ ਬੰਦਾ ਸਿੰਘ ਈਨ ਮੰਨ ਲਵੇ। ਅਸੀਂ ਇੱਥੇ ਬੰਦਾ ਸਿੰਘ ਨੂੰ ਨੀਵਾਂ ਨਹੀਂ ਦਿਖਾ ਸਕਦੇ ਬਈ ਉਹ ਇਸ ਤਰ੍ਹਾਂ ਹੋ ਗਿਆ। ਅਸਲ ਦੇ ਵਿੱਚ ਹੋਣੀ ਨੇ ਇੱਦਾਂ ਹੀ ਵਰਤਣਾ ਸੀਗਾ। ਰਾਜੇ ਜਨਮੇਜੇ ਨੂੰ ਵੀ ਰਿਸ਼ੀ ਨੇ ਕਿਹਾ ਸੀਗਾ, ਜਨਮੇਜਾ ਕਹਿੰਦਾ ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਕਦੇ ਵੀ ਇੱਦਾਂ ਨਾ ਹੁੰਦਾ। ਤੇ ਜਨਮੇਜਾ ਕਹਿੰਦਾ ਤੇਰੇ ਨਾਲ ਵੀ ਇੱਦਾਂ ਹੋਵੇਗੀ। ਰਾਜਾ ਜਨਮੇਜਾ ਦੇ ਮਤੀ ਵਰਜ ਬਿਆਸ ਪੜਾਇਆ, 3 ਕਰ ਜਗ 18 ਘਾਏ ਕਿਰਤ ਨ ਚੱਲੇ ਚਲਾਇਆ। ਇਹਨੂੰ ਕੌਣ ਬਦਲ ਸਕਦਾ? ਖੈਰ ਅੱਗੇ ਚੱਲ ਗਏ ਆਪਾਂ। ਤਾਂ ਉਹਨਾਂ 5 ਸਿੰਘਾਂ ਨੇ ਜਾ ਕੇ ਦੱਸਿਆ ਮਹਾਰਾਜ ਬੰਦਾ ਸਿੰਘ ਬਹਾਦਰ ਨੂੰ ਥੋੜਾ ਹੰਕਾਰ ਹੋ ਗਿਆ ਹੈ ਜੀ। ਸਿੰਘਨ ਕੀ ਸਹਾਇਤਾ ਪਾਏ, ਦੇਸ ਪੰਜਾਬ ਸੁਜਿਤਿਓ ਜਾਏ। ਆਪ ਜੀ ਦੀ ਕਿਰਪਾ ਦੇ ਨਾਲ, ਆਪ ਜੀ ਦੇ ਫੌਜਾਂ ਸਿੰਘਾਂ ਦੀ ਸਹਾਇਤਾ ਦੇ ਨਾਲ ਉਸਨੇ ਪੰਜਾਬ ਨੂੰ ਜਿੱਤ ਲਿਆ ਹੈ। ਵਜੀਦੇ ਵਰਗਿਆਂ ਦਾ ਖਾਤਮਾ ਕਰ ਦਿੱਤਾ ਹੈ। ਗੁਰ ਕੇ ਕਾਰਜ ਸਕਲ ਸਵਾਰੇ,
ਜੋ ਦਰੋਹੀ ਸੋ ਚੁਨ ਚੁਨ ਮਾਰੇ। ਜਿਹੜੀ ਡਿਊਟੀ ਤੁਸੀਂ ਲਾਈ ਸੀ, ਜਿਨ੍ਹਾਂ ਦਰੋਹੀ ਧੋਖੇਬਾਜ਼ ਵਜੀਦੇ ਵਰਗੇ ਸਮਾਣੇ ਵਾਲੇ ਜਲਾਦ ਅਤੇ ਹੋਰ ਸਢੌਰੇ ਵਾਲੇ ਲੋਕ ਜਿਨ੍ਹਾਂ ਨੇ ਪੀਰ ਬੁੱਧੂ ਸ਼ਾਹ ਦੇ ਪਰਿਵਾਰ ਦਾ ਕਤਲ ਕੀਤਾ, ਖਾਤਮਾ ਕੀਤਾ, ਉਹਨਾਂ ਸਾਰਿਆਂ ਨੂੰ ਲੱਭ ਲੱਭ ਕੇ ਚੁਣ ਚੁਣ ਕੇ ਖਤਮ ਕਰ ਦਿੱਤਾ ਹੈ ਜੀ। ਮਾਰ ਵਜੀਦਾ ਧੂੜ ਮਿਲਾਇਓ, ਪੁਰ ਸਿਰੰਦ ਲੂਟਿਓ ਮਨ ਭਾਇਓ। ਔਰ ਵਜੀਦੇ ਨੂੰ ਵੀ ਮਿੱਟੀ ਵਿੱਚ ਮਿਲਾ ਦਿੱਤਾ ਮਹਾਰਾਜ, ਸਰਹੰਦ ਨੂੰ ਵੀ ਧੂੜੀ ਵਿੱਚ ਮਿਲਾ ਦਿੱਤਾ। ਸਰਹੰਦ ਕਿਸੇ ਵੇਲੇ ਇਹਨਾਂ ਮੁਗਲਾਂ ਦੀ ਰਾਜਧਾਨੀ ਹੋਇਆ ਕਰਦੀ ਸੀ ਗੁਰੂ ਪਿਆਰਿਓ, ਤੇ ਬੰਦਾ ਸਿੰਘ ਬਹਾਦਰ ਦੇ ਨਾਲ ਇਤਨੀ ਫੌਜ ਸੀ ਕਿ ਸਰਹੰਦ ਦੀ ਇੱਟ ਨਾਲ ਇੱਟ ਵਜਾ ਦਿੱਤੀ। ਇੱਟ ਨਾਲ ਇੱਟ ਵਜਾਉਣ ਦਾ ਮਤਲਬ ਹੈ ਮਕਾਨਾਂ ਨੂੰ ਢਾਹ ਕੇ ਇੱਟਾਂ ਖੜਕਾ ਦੇਣੀਆਂ। ਕੋਈ ਸਤਨਾਮ। ਤੇ ਪਾਤਸ਼ਾਹ ਦਾ ਹੁਕਮ ਜੀ ਤੁਹਾਡਾ ਉਹਨੇ ਵਜਾ ਦਿੱਤਾ ਹੈ। ਆਦ ਸਢੌਰਾ ਕਤਲ ਕਰੇ ਹੈ, ਤੁਰਕ ਸਿੰਘ ਕਰ ਜੋਰ ਲਰੇ ਹੈ। ਔਰ ਸਢੌਰੇ ਤੇ ਵੀ ਜਾ ਕੇ ਹਮਲਾ ਕੀਤਾ। ਤੁਰਕਾਂ ਦੇ ਸਿੰਘਾਂ ਦਾ ਤਕੜਾ ਜੰਗ ਹੋਇਆ ਮਹਾਰਾਜ। ਹੈ ਅਨਕਹੀ ਜੰਗ ਅਖਾੜੇ, ਹਾਥੀ ਤੁਰਕਾਨਾ ਸਤਰ ਉਘਾੜੇ। ਔਰ ਮਹਾਰਾਜ ਬਹੁਤ ਜੰਗ ਹੋਏ। ਜਦੋਂ ਇੱਥੋਂ ਚੱਲੇ ਤਾਂ ਗੁਰੂ ਪਿਆਰਿਓ ਕਪਾਲ ਮੋਚਨ ਤੋਂ ਜਮਨਾ ਨਦੀ ਲੰਘਦਿਆਂ ਹੀ ਛੋਟੇ ਛੋਟੇ ਜੰਗ, ਫਿਰ ਵੱਡੇ ਜੰਗ, ਫਿਰ ਵੱਡੇ ਜੰਗ, ਤੇ ਸਰਹੰਦ ਤੱਕ ਪਹੁੰਚਦਿਆਂ ਇਹ ਜੰਗਾਂ ਦੀ ਗਿਣਤੀ ਵੱਧਦੀ ਗਈ ਮਹਾਰਾਜ। ਔਰ ਤੁਰਕਾਨੇ ਨੂੰ ਭਾਵ ਤੁਰਕਾਂ ਨੂੰ ਮਾਰ ਕੇ ਸਤਰ ਉਘਾੜੇ, ਔਰ ਅਨੇਕਾਂ ਜੰਗੀ ਅਖਾੜੇ ਕਰਕੇ ਤੁਰਕਾਂ ਨੂੰ ਮਾਰ ਕੇ ਉਹਨਾਂ ਦੇ ਪਰਦੇ ਨੰਗੇ ਕੀਤੇ, ਭਾਵ ਉਹਨਾਂ ਨੂੰ ਲੋਹੇ ਦੇ ਚਣੇ ਚਵਾਏ। ਮਹਾਰੌਰ ਮਾਚਿਓ ਤਿਸ ਦੇਸ਼, ਕਰੇ ਮਾਰ ਕੇ ਵਿਜੈ ਅਸ਼ੇਸ਼। ਔਰ ਬੰਦਾ ਸਿੰਘ ਬਹਾਦਰ ਨੇ ਖਾਸ ਜਿੱਤ ਪ੍ਰਾਪਤ ਕੀਤੀ, ਵਿਜੈ ਅਸ਼ੇਸ਼ ਵੱਡੀ ਜਿੱਤ ਪ੍ਰਾਪਤ ਕੀਤੀ ਆ। ਔਰ ਪੰਜਾਬ ਦੇ ਵਿੱਚ ਬੜਾ ਰੌਲਾ ਮਚਿਆ ਹੋਇਆ ਹੈ। ਭਾਇਓ ਪ੍ਰਤਾਪ ਅੰਬਲ ਠਹਿਰਾਇਓ, ਜਿਤ ਕਿਤ ਤੇ ਹਾਲ ਬਿਨ ਆਇਓ। ਅਮਲ ਹੁੰਦਾ ਹੈ ਹੁਕਮ, ਤਾਂ ਮਹਾਰਾਜ ਬੰਦਾ ਸਿੰਘ ਬਹਾਦਰ ਦਾ ਪ੍ਰਤਾਪ ਫੈਲ ਗਿਆ ਹੈ, ਉਹਦਾ ਹੁਕਮ ਚੱਲਦਾ ਹੈ। ਹੁਣ ਪਿੰਡਾਂ ਸ਼ਹਿਰਾਂ ਨਗਰਾਂ ਦੇ ਵਿੱਚੋਂ ਸਾਰੇ ਸੂਬਿਆਂ ਵਿੱਚੋਂ ਹਾਲਾ ਮਾਮਲਾ ਵੀ ਦੇਣ ਵਾਸਤੇ ਉਹਨੂੰ ਲੋਕ ਆਉਂਦੇ ਆ, ਕਿਉਂਕਿ ਜਿੱਥੇ ਜਿੱਥੇ ਇਹਨੇ ਜਿੱਤ ਪ੍ਰਾਪਤ ਕੀਤੀ ਉੱਥੇ ਉੱਥੇ ਆਪਣੀ ਚੌਕੀ ਬਿਠਾ ਦਿੱਤੀ, ਆਪਣੇ ਸੂਬੇਦਾਰ ਥਾਪ ਦਿੱਤੇ। ਉਹਨਾਂ ਸੂਬੇਦਾਰਾਂ ਦਾ ਖਾਤਮਾ ਕਰਕੇ ਤੇ ਹੁਣ ਉਹਨਾਂ ਇਲਾਕਿਆਂ ਦਾ ਹਾਲਾ ਮਾਮਲਾ ਵੀ ਬੰਦਾ ਸਿੰਘ ਨੂੰ ਮਿਲਦਾ ਹੈ। ਸੁਦਾ ਸਰੋਵਰ ਪੁਨ ਚਲ ਗਏ, ਮੱਜਣ ਕਰੇ ਕਲੂਖਤ ਹੈ। ਮਹਾਰਾਜ ਜੀ ਉਥੋਂ ਇਹ ਕੰਮ ਸਾਰਾ ਕਰਨ ਤੋਂ ਬਾਅਦ, ਵਜੀਦੇ ਨੂੰ ਖਤਮ ਕਰਨ ਤੋਂ ਬਾਅਦ ਸ਼੍ਰੀ ਅਨੰਦਪੁਰ ਸਾਹਿਬ ਵੀ ਗਏ ਸੀ, ਉੱਥੇ ਵੀ ਸਾਰੇ ਦਰਸ਼ਨ ਪਰਸ਼ਨ ਕੀਤੇ। ਔਰ ਫਿਰ ਸ਼੍ਰੀ ਅੰਮ੍ਰਿਤਸਰ ਸਾਹਿਬ ਗਏ। ਔਰ ਸੁੰਦਰ ਹरि ਮੰਦਰ ਕੇ ਅੰਦਰ, ਦਰਸ਼ਨ ਕਰਿਓ ਤਿਰੇ ਸ਼ੁਭ ਨੰਦਰ। ਔਰ ਫਿਰ ਇਸ ਨੇ ਹਰਮੰਦਰ ਸਾਹਿਬ ਦੇ ਅੰਦਰ ਵੀ ਜਾਣਾ ਕੀਤਾ, ਦਰਸ਼ਨ ਪਰਸ਼ਨ ਕੀਤੇ, ਸਰੋਵਰ ਦੇ ਵਿੱਚ ਇਸ਼ਨਾਨ ਕੀਤਾ ਹੈ ਜੀ। ਤੈ ਗਰਬਤ ਚਾਹਤ ਵਡਿਆਈ, ਪਾਸ ਖਾਲਸੇ ਗੁਰ ਤੇ ਗੁਰਿਆਈ। ਉੱਥੇ ਜਾ ਕੇ ਉਹਦੀ ਮੱਤ ਵਿਗੜ ਗਈ ਮਹਾਰਾਜ, ਉੱਥੇ ਉਹਦਾ ਦਿਮਾਗ ਬਦਲ ਗਿਆ ਹੈ। ਉੱਥੇ ਜਾ ਕੇ ਉਹਨੂੰ ਹੰਕਾਰ ਹੋ ਗਿਆ। ਉੱਥੋਂ ਦਾ ਵਾਤਾਵਰਨ ਦੇਖ ਕੇ ਡਿੱਠੇ ਸਭੈ ਥਾਵ ਨਹੀਂ ਤੁਧ ਜਿਹਿਆ, ਵਧੋ ਪੁਰਖ ਵਧਾਤੇ ਤਾਂ ਤੂੰ ਸੋਹਿਆ। ਜਿਸ ਦੇ ਵਰਗਾ ਹੋਰ ਦੂਸਰਾ ਨਹੀਂ ਹੈ। ਉੱਥੇ ਜਾ ਕੇ ਖਾਲਸੇ ਤੋਂ ਗੁਰਿਆਈ ਲੈਣੀ ਚਾਹੁੰਦਾ, ਭਾਵ ਆਪਣੇ ਆਪ ਨੂੰ ਤੁਹਾਡੇ ਤਰ੍ਹਾਂ ਪੂਜਾ ਕਰਾਉਣੀ ਚਾਹੁੰਦਾ ਹੈ ਜੀ। ਚਮੂ ਪਦਾਰਥ ਦਰਬ ਵਿਸਾਲਾ, ਨਿਜ ਟਿਕ ਜਾਣਿਓ ਚਲਿਓ ਕੁਚਾਲਾ। ਜਦੋਂ ਬੰਦੇ ਦੇ ਕੋਲੇ ਸ਼ਕਤੀ ਆ ਜੇ, ਸਾਜੋ ਸਮਾਨ ਆ ਜਾਵੇ, ਤੇ ਫੇਰ ਥੋੜੀ ਮਤ ਬਦਲ ਜਾਂਦੀ ਹੈ। ਤਾਂ ਗੁਰੂ ਹੀ ਕਿਰਪਾ ਰੱਖੇ, ਜੇ ਸਾਨੂੰ ਰੁਕੀ ਰੱਖੇ, ਸਾਡੀ ਮਤ ਉੱਤੇ ਹੱਥ ਰੱਖੇ ਉਹਦਾ, ਤਾਂ ਹੀ ਮਤ ਟਿਕਾਣੇ ਰਹਿੰਦੀ ਹੈ ਇਹਨਾਂ ਵਸਤੂਆਂ ਦੇ ਹੁੰਦਿਆਂ ਹੋਇਆਂ। ਉਹਨਾਂ ਪੰਜਾਂ ਸਿੰਘਾਂ ਨੇ ਜਾ ਕੇ ਦੱਸਿਆ ਮਹਾਰਾਜ, ਉਹਦੇ ਕੋਲੇ ਫੌਜ, ਸਾਜੋ ਸਮਾਨ, ਮਾਇਆ ਬੇਅੰਤ ਆ ਗਈ ਹੈ। ਇਹਨਾਂ ਚੀਜ਼ਾਂ ਨੂੰ ਲੈ ਕੇ ਉਹ ਪੁੱਠੀ ਚਾਲ ਕੁਚਾਲ, ਪੁੱਠੀ ਚਾਲ ਚੱਲ ਪਿਆ। ਸਿੰਘ ਮਿਲੇ ਮਸਲਤ ਕਰ ਜਬੈ, ਕਰਿਓ ਅਨਾਦਰ ਤਿਸ ਕੋ ਤਬੈ। ਉਹ ਸਿੰਘਾਂ ਨੇ ਸਲਾਹ ਮਸ਼ਵਰਾ ਕਰਕੇ ਇਹਨੂੰ ਮਿਲ ਕੇ ਸਮਝਾਉਣਾ ਚਾਹਿਆ ਵੀ ਬੰਦਾ ਸਿੰਘ ਤੂੰ ਸਤਿਕਾਰਯੋਗ ਹੈ, ਗੁਰੂ ਸਾਹਿਬ ਦਾ ਥਾਪੜਾ, ਤੈਨੂੰ ਤੂੰ ਬਹੁਤ ਚੰਗੇ ਕੰਮ ਕੀਤੇ ਆ, ਤੂੰ ਆਹ ਕੰਮ ਨਾ ਕਰ, ਇਹ ਤੂੰ ਹੱਦ ਟੱਪ ਰਿਹਾ। ਇਹ ਦੁਗਾ ਤਾਂ ਗੁਰੂ ਦੀ ਹੱਦ ਹੈ,
ਤੂੰ ਇਹ ਕੰਮ ਨਹੀਂ ਕਰ ਸਕਦਾਗਾ। ਗੁਰੂ ਸਾਹਿਬ ਨੇ ਵੀ ਕਿਹਾ ਸੀਗਾ ਵੀ ਆ ਇੱਕ ਤੇਹਨ ਕੁੱਲ ਦਾ, ਇੱਕ ਭੱਲੇ ਕੁੱਲ ਦਾ, ਇਹ ਦੋ ਸਿੰਘ ਤੇਰਾ ਮਾਰਗਦਰਸ਼ਨ ਕਰਨਗੇ, ਇਹਨਾਂ ਦੀ ਸਲਾਹ ਲੈ ਕੇ ਚੱਲਦਾ ਰਿਹਾ। ਪਰ ਜਦੋਂ ਪਹਾੜੀ ਰਾਜੇ ਨੇ ਆਪਣਾ ਰਾਜ ਬਚਾਉਣ ਵਾਸਤੇ ਆਪਣੀ ਲੜਕੀ ਉਹਨੂੰ ਪੇਸ਼ ਕਰ ਦਿੱਤੀ, ਉਹਦੇ ਨਾਲ ਵਿਆਹ ਕਰ ਦਿੱਤਾ, ਬਸ ਉੱਥੋਂ ਹੀ ਮੱਤ ਬਦਲ ਗਈ। ਕਹੋ ਸਤਨਾਮ। ਚਲੋ ਇੱਕ ਸ਼ਾਦੀ ਕਰਾ ਲਈ ਸੀ, ਚੁੱਪ ਕਰ ਗਏ ਸੀ ਬਾਬਾ ਬਨੋਦ ਸਿੰਘ ਹੋਰੀ। ਦੂਜੀ ਵਾਰ ਇਸ ਦੇ ਕੋਲ ਇੱਕ ਹੋਰ ਸੁੰਦਰ ਲੜਕੀ ਕਿਸੇ ਰਾਜੇ ਨੇ ਆਪਣਾ ਰਾਜ ਬਚਾਉਣ ਵਾਸਤੇ ਪੇਸ਼ ਕਰਤੀ, ਤੇ ਸਿੰਘਾਂ ਨੇ ਕਿਹਾ ਵੀ ਤੂੰ ਹੁਣ ਦੂਜੀ ਸ਼ਾਦੀ ਨਾ ਕਰਾ, ਚੱਲ ਇੱਕ ਹੋ ਗਈ, ਗੁਰਮਤਿ ਅਨੁਸਾਰ ਹੈ, ਕੋਈ ਗੱਲ ਨਹੀਂ, ਪਰ ਦੂਜੀ ਨੇ ਕਰਾ ਕਰਨਾ ਮੈਂ ਕਰਾਊਂਗਾ, ਔਰ ਇਸ ਤੋਂ ਮੈਂ ਆਪਣਾ ਸੁੰਦਰ ਬੱਚਾ ਵੀ ਪੈਦਾ ਕਰੂੰਗਾ। ਤਾਂ ਇਸ ਤਰ੍ਹਾਂ ਗੁਰੂ ਪਿਆਰਿਓ ਇਹਨਾਂ ਸਿੰਘਾਂ ਨੂੰ ਫਿਰ ਗੁੱਸਾ ਆਇਆ, ਇਹਨੂੰ ਮਾਫ ਕਰਦੇ ਰਹੇ। ਹੁਣ ਹੱਦ ਟੱਪ ਗਈ ਜਦੋਂ ਹਰਿਮੰਦਰ ਸਾਹਿਬ ਜਾ ਕਰਕੇ ਇਸ ਨੇ ਆਪਣੇ ਆਪ ਨੂੰ ਗੁਰੂ ਦੀ ਗੱਦੀ ਤੇ ਬੈਠਣ ਦੀ ਕੋਸ਼ਿਸ਼ ਕੀਤੀ ਆ। ਨਹੀਂ ਮੇਲ ਤੁਝ ਸੰਗ ਹਮਾਰੋ, ਪੰਥ ਗੁਰੂ ਕੋ ਅਪਰ ਅਚਾਰੋ। ਉਹ ਸਿੰਘਾਂ ਦੀ ਉਹਨੇ ਗੱਲ ਨਹੀਂ ਮੰਨੀ। ਸਿੰਘ ਮਿਲੇ ਮਸਲਤ ਕਰ ਸਭੈ, ਜਦੋਂ ਸਿੰਘਾਂ ਨੇ ਸਲਾਹ ਮਸ਼ਵਰਾ ਕਰਕੇ ਉਹਨੂੰ ਸਮਝਾਉਣਾ ਚਾਹਿਆ ਤੇ ਉਲਟਾ ਸਿੰਘਾਂ ਦੇ ਨਾਲ ਲੜ ਪਿਆ। ਕਰਿਓ ਅਨਾਦਰ ਤਿਸ ਕੋ ਤਬੈ, ਔਰ ਫਿਰ ਜਦੋਂ ਲੜ ਪਿਆ ਤੇ ਸਿੰਘ ਕਹਿੰਦੇ ਵੀ ਤੇਰਾ ਸਾਡੇ ਨਾਲ ਮੇਲ ਮਿਲਾਪ ਨਹੀਂ ਹੋ ਸਕਦਾ ਮਿੱਤਰਾ, ਕਿਉਂਕਿ ਗੁਰੂ ਦਾ ਜਿਹੜਾ ਪੰਥ ਹੈ, ਗੁਰੂ ਦਾ ਜਿਹੜਾ ਮਾਰਗ ਹੈ, ਰਸਤਾ ਹੈ, ਅਪਰ ਅਚਾਰੋ, ਇਸ ਦਾ ਰਸਤਾ ਹੀ ਹੋਰ ਹੈ, ਇੱਥੇ ਅਚਾਰ ਚਾਲ ਚੱਲਣ ਹੋਰ ਹੈ। ਸ਼ਯਾਮ ਵਰਨ ਮਤ ਆਖ ਮਨਾਏ, ਨਾਕ ਦਬਾਇਓ ਨਹਿ ਮਨ ਭਾਏ। ਕਾਲੇ ਰੰਗ ਦੇ ਕੱਪੜੇ ਵਿੱਚ ਮਾਸ ਲਿਆਏ ਤੇ ਉਹਨਾਂ ਨੂੰ ਵੇਖ ਕੇ ਸਾਰਿਆਂ ਆਪਣੇ ਨੱਕ ਬੰਦ ਕਰ ਲਏ। ਏਕ ਬੋਲ ਕਰ ਭਏ ਨਿਰਾਲੇ, ਨਿਜ ਨਿਜ ਗ੍ਰਾਮਨ ਪਰੇ ਸੁਖਾਲੇ। ਇਸ ਤਰ੍ਹਾਂ ਮਹਾਰਾਜ ਜਿਹੜੇ ਸਿੰਘ ਸਨ, ਇਹਨਾਂ ਨੇ ਵੇਖਿਆ ਵੀ ਹਰਿਮੰਦਰ ਸਾਹਿਬ ਦੇ ਵਿੱਚ ਆ ਕੇ ਇਹ ਵਿਗੜ ਚੁੱਕਿਆ ਹੈ, ਹੁਣ ਇਸ ਦਾ ਸਾਥ ਕਿਵੇਂ ਦਈਏ। ਸਾਥ ਦਿੰਦੇ ਜੇ ਗੁਰਮਤਿ ਅਨੁਸਾਰ ਚੱਲਦਾ ਤਾਂ ਗੁਰੂ ਪਿਆਰਿਓ ਸਿੰਘ ਜਿਹੜੇ ਸਨ ਉਹ ਕਹਿੰਦੇ ਆਪੋ ਆਪਣੇ ਘਰਾਂ ਨੂੰ ਚਲੇ ਗਏ ਉਹਨੂੰ ਛੱਡ ਕੇ। ਬ੍ਰਹਮਚਰਜ ਕਿਸ ਨਾਹਿਨ ਰਾਖਿਓ, ਕਰਿਓ ਬਿਹਾ ਵਿਸ਼ਾਨਦ ਕਾਖਿਓ। ਵਿਸ਼ੇ ਆਨੰਦ ਵਿਸ਼ੇ ਵਿਕਾਰਾਂ ਵਿੱਚ ਵੀ ਗਲਤ ਹੋ ਗਿਆ। ਗੁਰੂ ਪਿਆਰਿਓ ਸਿੰਘ ਬਾਹਰ ਉਡੀਕਦੇ ਰਹਿੰਦੇ, ਇਹ ਆਪਣੇ ਘਰ ਵਿੱਚ ਬੈਠਾ ਰਹਿੰਦਾ। ਜੋ ਲੜਕੀਆਂ ਇਸ ਨੇ ਵਿਆਹੀਆਂ ਸਨ ਤਾਂ ਸਿੰਘਾਂ ਨੇ ਦੱਸਿਆ ਜਾ ਕੇ ਇਸ ਨੇ ਬ੍ਰਹਮਚਰੀਆ ਵੀ ਮਹਾਰਾਜ ਤਿਆਗ ਦਿੱਤਾ ਔਰ ਵਿਸ਼ੇ ਵਿਕਾਰਾਂ ਵਿੱਚ ਜ਼ਿਆਦਾ ਹੀ ਖੁੱਭ ਗਿਆ ਹੈ। ਸ੍ਰੀ ਵਿਨੋਦ ਸਿੰਘ ਚਿਰਕਨ ਕਰਿਓ, ਸੁਤ ਉਪਜਾਇਓ ਨਾਹਿਨ ਡਰਿਓ। ਤੋ ਬਾਬਾ ਬਨੋਦ ਸਿੰਘ ਨੇ ਕਿਹਾ ਸੀਗਾ ਵੀ ਤੂੰ ਇੱਕ ਵਿਆਹ ਕਰਾ ਲਿਆ ਠੀਕ ਹੈ, ਪਰ ਕਹਿੰਦਾ ਨਹੀਂ ਮੈਂ ਤਾਂ ਦੂਸਰਾ ਪੁੱਤਰ ਵੀ ਪੈਦਾ ਕਰਾਂਗਾ, ਇੱਕ ਬੱਚਾ ਵੀ ਪੈਦਾ ਕਰਾਂਗਾ। ਤਾਂ ਮਹਾਰਾਜ ਨਹੀਂ ਗੱਲ ਮੰਨੀ ਤੇ ਉਸ ਦੇ ਇੱਕ ਪੁੱਤਰ ਵੀ ਹੋ ਗਿਆ। ਆਪ ਤਿਸ ਕੀ ਚਹਿ ਗਲੀ ਕੁਠਾਲੀ, ਬਚਨ ਆਪ ਕੋ ਜਾਏ ਨ ਖਾਲੀ। ਤੇ ਮਹਾਰਾਜ ਤੁਹਾਡੇ ਬਚਨ ਹੈ, ਫਿਰ ਕੁਠਾਲੀ ਗਲ ਜਾਵੇਗੀ। ਸੁਨਿਆਰ ਸੋਨਾ ਢਾਲਦਾ ਨਾ, ਸੋਨਾ ਇੱਕ ਟੈਂਪਰੇਚਰ ਤੱਕ ਢਲਦਾ ਹੈ, ਇੱਕ ਟੈਂਪਰੇਚਰ ਹੈ ਸੋਨੇ ਦੇ ਢਲਣ ਦਾ, ਵੀ ਪਾਣੀ ਬਣ ਜਾਂਦਾ ਹੈ, ਕੁਠਾਲੀ ਵੀ ਲਾਲ ਹੋ ਜਾਂਦੀ ਹੈ। ਪਰ ਜੇ ਸੁਨਿਆਰਾ ਉਸ ਟੈਂਪਰੇਚਰ ਤੋਂ ਅੱਗੇ ਲੰਘ ਜਾਵੇ, ਉੱਥੇ ਸੇਕ ਹੋਰ ਵਧਾ ਦੇਵੇ, ਗਰਮੈਸ਼ ਹੋਰ ਵਧਾ ਦੇਵੇ, ਕੋਲੇ ਹੋਰ ਪਾ ਦੇਵੇ, ਤਾਂ ਉਹ ਕੁਠਾਲੀ ਫੁੱਟ ਜਾਂਦੀ ਹੈ ਤੇ ਢਲਿਆ ਹੋਇਆ ਸੋਨਾ ਮਿੱਟੀ 'ਚ ਮਿਲ ਜਾਂਦਾ ਹੈ। ਇਸ ਕਰਕੇ ਜੇ ਹੁਣ ਗੁਰੂ ਦੇ ਹੁਕਮ ਵਿੱਚ ਰਹਿੰਦਾ, ਜਿੱਥੋਂ ਤੱਕ ਪਾਤਸ਼ਾਹ ਨੇ ਕਿਹਾ ਸੀ ਤਾਂ ਠੀਕ ਸੀ। ਮਹਾਰਾਜ ਹੁਣ ਲੱਗਦਾ ਉਹਦੀ ਕੁਠਾਲੀ ਗਲੇਗੀ, ਭਾਵ ਉਹ ਖਾਤਮੇ ਵੱਲ ਜਾ ਰਿਹਾ ਹੈ। ਰਿਥਕ ਪਹਿ ਸੁਨ ਕ੍ਰੋਧ ਨਾ ਧਰੇ, ਨਹੀਂ ਖਾਲਸੇ ਸ਼ਰਾਪਤ ਕਰੇ। ਇਹ ਗੱਲ ਸੁਣ ਕੇ ਖਾਲਸੇ ਨੇ ਕ੍ਰੋਧ ਨਹੀਂ ਕੀਤਾ ਤੇ ਨਾ ਹੀ ਬੰਦਾ ਸਿੰਘ ਬਹਾਦਰ ਨੂੰ ਕੋਈ ਸ਼ਰਾਪ ਦਿੱਤਾ। ਮਹਾਰਾਜ ਅਸੀਂ ਫਿਰ ਵੀ ਚੁੱਪ ਰਹੇ ਵੀ ਚੱਲ ਕੋਈ ਗੱਲ ਨਹੀਂ, ਇਹਨੇ ਸ਼ਾਦੀ ਕਰਵਾ ਲਈ ਤਾਂ ਅਸੀਂ ਫਿਰ ਵੀ ਚੁੱਪ ਰਹੇ। ਜਾਤੇ ਸੁਧ ਹਿਤ ਹਮੈ ਪਠਾਇਓ, ਬਿਗੜ ਗਇਓ ਜਿਮ ਸਰਬ ਸੁਨਾਇਓ। ਤੇ ਮਹਾਰਾਜ ਹੁਣ ਸਾਨੂੰ ਪੰਜਾਂ ਸਿੰਘਾਂ ਨੂੰ ਉੱਥੋਂ ਹੀ ਤੁਹਾਡੇ ਕੋਲ ਭੇਜਿਆ ਵੀ ਜਾ ਕੇ ਸਾਰੀ ਗੱਲ ਗੁਰੂ ਸਾਹਿਬ ਨੂੰ ਦੱਸੋ ਔਰ ਉਹਨਾਂ ਨੂੰ ਪੁੱਛੋ ਵੀ ਹੁਣ ਕੀ ਕਰੀਏ। ਸੁਨ ਕੇ ਗੁਰੂ ਸ਼ਾਹੂ ਸੋ ਕਹਿਓ, ਸੋ ਅਬ ਤੇਜ ਹੀਨ ਹੀ ਰਹਿਓ। ਇਧਰ ਬਹਾਦਰ ਸ਼ਾਹ ਕਹਿ ਰਿਹਾ ਸੀਗਾ ਜੀ ਉਹਨੂੰ ਰੋਕੋ, ਇਧਰ ਸਿੰਘਾਂ ਨੇ ਜਾ ਕੇ ਕਹਾਣੀ ਦੱਸ ਦਿੱਤੀ
ਪਾਤਸ਼ਾਹ ਕਹਿੰਦੇ ਉਹਦਾ ਪ੍ਰਤਾਪ ਵੀ ਘਟ ਗਿਆ। ਕਹੋ ਸਤਨਾਮ ਸੀ। ਹੁਣ ਉਹ ਪਹਿਲਾਂ ਦੀ ਤਰ੍ਹਾਂ ਜਿੱਤਾਂ ਪ੍ਰਾਪਤ ਨਹੀਂ ਕਰ ਸਕੇਗਾ। ਨਹੀਂ ਚਿੰਤਾ ਧਰ ਪੁਜਿਓ ਸਿਮਤੇ ਭਇਓ ਬਿਕਾਰੀ ਗਰਭ ਵਧਿਓ ਜਿਹੇ। ਹਰਜੂ ਹੰਕਾਰ ਨ ਭਾਵੀ ਬੇਦ ਕੂਕ ਸੁਣਾਵੇ। ਜਦੋਂ ਵੀ ਕੋਈ ਮਨੁੱਖ ਆਪਣੇ ਮਕਸਦ ਤੋਂ ਥੜਕ ਜਾਂਦਾ ਹੈ ਹੰਕਾਰ ਦੇ ਨਾਲ, ਤੇ ਫਿਰ ਉਹ ਬਹੁਤਾ ਸਮਾਂ ਨਹੀਂ ਰਹਿੰਦਾ। ਤੁਸੀਂ ਗੁਰੂ ਪਿਆਰੋ ਇਹਨਾਂ ਮੁਗਲਾਂ ਦੇ ਰਾਜ ਤੋਂ ਲੈ ਕੇ ਅੱਜ ਵਰਤਮਾਨ ਦੇ ਤੱਕ ਦੇਖ ਲਓ। ਅੱਜ ਦੇ ਰਾਜੇ, ਅੱਜ ਰਾਜੇ ਨਹੀਂ, ਚਲੋ ਅੱਜ ਮੰਤਰੀ ਪ੍ਰਧਾਨ ਮੰਤਰੀ ਹੁੰਦੇ ਆ, ਕੰਮ ਤਾਂ ਉਹੀ ਹੈ ਨਾ। ਪਰ ਜਦੋਂ ਕੋਈ ਜਨਤਾ ਦੀ ਪਰਵਾਹ ਛੱਡ ਕੇ ਆਪਣੀਆਂ ਮਨਮਰਜ਼ੀਆਂ ਤੇ ਚੱਲ ਪੈਂਦਾ ਫਿਰ ਉਹ ਬਹੁਤਾ ਸਮਾਂ ਨਹੀਂ ਰਿਹਾ ਕਰਦਾ। ਥੋੜ੍ਹੇ ਸਮੇਂ ਵਿੱਚ ਹੀ ਉਹ ਖਤਮ ਹੋ ਜਾਂਦੇ ਹੈ। ਅਤੇ ਇਹ ਸਾਡੀਆਂ ਅੱਖਾਂ ਦੇ ਸਾਹਮਣੇ ਆ ਸੀਨ ਮੁਗਲਾਂ ਦੇ ਰਾਜ ਤੋਂ ਲੈ ਕੇ ਅਬਦਾਲੀ ਦਾ ਰਾਜ। ਅਬਦਾਲੀ ਤੋਂ ਅੱਗੇ ਗੁਰੂ ਪਿਆਰਿਓ ਫਿਰ 47 ਦੇ ਵਿੱਚ, ਫਿਰ ਉਸ ਤੋਂ ਬਾਅਦ 47 ਵਿੱਚ ਜਿਹੜਾ ਹਮਲੇ ਹੋਏ, ਦੇਸ਼ਾਂ ਦੀਆਂ ਵੰਡਾਂ ਹੋਈਆਂ, ਰਾਜ ਕੀਤੇ, ਤੇ ਗੁਰੂ ਪਿਆਰਿਓ ਹਰਮੰਦਰ ਸਾਹਿਬ ਤੇ ਹਮਲਾ ਕੀਤਾ ਇੰਦਰਾ ਗਾਂਧੀ ਨੇ। ਉਹਨਾਂ ਦਾ ਵੀ ਰਾਜ ਫਿਰ ਕਿੰਨਾ ਕੁ ਚਿਰ ਰਿਹਾ। ਭਾਵ ਇਹ ਇੱਕ ਹੱਦ ਹੁੰਦੀ ਹੈ ਰਾਜ ਕਰਨ ਦੀ ਵੀ। ਤੇ ਜਦੋਂ ਔਰੰਗਜ਼ੇਬ ਜਿਹੜਾ ਕਹਿੰਦਾ ਸੀਗਾ ਮੈਂ ਸਾਰੇ ਸੰਸਾਰ ਨੂੰ ਮੁਸਲਮਾਨ ਬਣਾ ਦੇਣਾ ਹੈ, ਸਾਰੇ ਸੰਸਾਰ ਦੇ ਵਿੱਚ ਕੇਵਲ ਸਾਡਾ ਹੀ ਜਿਹੜਾ ਹੈ ਦੀਨ ਧਰਮ ਚੱਲੇਗਾ, ਉਹ ਔਰੰਗਜ਼ੇਬ ਕਿੱਥੇ ਆ? ਫਰੀਦਾ ਕਿੱਥੇ ਤੈਡੇ ਮਾਪਿਆ ਜਿੰਨੀ ਤੂੰ ਜਣਿਓਏ, ਤੈਂ ਪਾਛੇ ਉਹ ਚੱਲ ਗਏ ਤੂੰ ਅਜੇ ਨਾ ਪਤੀਨ ਹੋਏ, ਤੈਨੂੰ ਹਜੇ ਪ੍ਰਤਿਆਵਾ ਨਹੀਂ ਆ ਰਿਹਾ। ਜੇ ਇਹ ਰਾਜੇ ਪਿੱਛੇ ਝਾਤੀ ਮਾਰ ਲੈਣ ਫਲਾਣੇ ਨਾਲ ਕਿਵੇਂ ਹੋਇਆ, ਫਲਾਣੇ ਨਾਲ ਕਿਵੇਂ ਹੋਇਆ, ਤੇ ਸ਼ਾਇਦ ਸਹੀ ਰਸਤੇ 'ਤੇ ਚੱਲਦੇ ਰਹਿਣ। ਪਰ ਜਦੋਂ ਤਾਕਤ ਆ ਜਾਂਦੀ ਹੈ ਫਿਰ ਅੱਖਾਂ ਬੰਦ ਹੋ ਜਾਂਦੀਆਂ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ। ਤੇ ਅੱਜ ਤੱਕ ਆਪਾਂ ਦੇਖ ਰਹੇ ਹਾਂ, ਪਿੱਛੇ ਵੀ ਦੇਖ ਲਓ, ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਹਨ ਬਹਾਦਰ ਸ਼ਾਹ ਚਿੰਤਾ ਨਾ ਕਰ, ਉਹਨੂੰ ਹੰਕਾਰ ਹੋ ਗਿਆ, ਵਿਕਾਰੀ ਹੋ ਗਿਆ, ਉਹਦੀ ਤਾਕਤ ਘਟ ਗਈ ਜੀ। ਹਟ ਜਾ ਹੈ ਅਬ ਬਿਨਾ ਹਟਾਏ, ਹਮਨੇ ਪਲਟਾ ਲੀਨ ਸਪਾਏ। ਅਸੀਂ ਜਿਹੜਾ ਬਦਲਾ ਲੈਣਾ ਸੀ ਲੈ ਲਿਆ, ਪਰ ਜੇ ਕਿਤੇ ਸਾਡੇ ਮਾਰਗ ਤੇ ਚੱਲਦਾ ਤੇ ਚੱਲਦਾ ਰਹਿੰਦਾ, ਰਾਜ ਦਿੱਲੀ ਤੇ ਵੀ ਕਰ ਸਕਦਾ ਸੀ ਜਾ ਕੇ, ਪਰ ਹੁਣ ਉਹ ਸਾਡੇ ਹੁਕਮ ਤੋਂ ਬਾਹਰ ਨਿਕਲ ਗਿਆ ਹੈ। ਉਹ ਬਿਨਾ ਹਟਾਇਆ ਹੀ ਹਟ ਜਾਏਗਾ। ਕਾਰਨ ਇਤ ਕੋ ਹੁਤੋ ਅਬ ਗਇਓ, ਗਲਨ ਕੁਠਾਰ ਸਮੋ ਅਬ ਭਇਓ। ਜਿਹੜਾ ਕਾਰਨ ਸੀ ਉਹ ਪੂਰਾ ਹੋ ਗਿਆ, ਹੁਣ ਉਹਦੇ ਖਾਤਮੇ ਦਾ ਸਮਾਂ ਆ ਗਿਆ, ਉਹਦੀ ਕੁਠਾਲੀ ਗਲਨ ਦਾ ਸਮਾਂ ਆ ਗਿਆ। ਭਾਵ ਹੀਲੇ ਰਿਕ ਬਹਾਨੇ ਮੌਤ ਬੰਦਾ ਸਿੰਘ ਬਹਾਦਰ ਦੀ ਵਡਿਆਈ ਹੈ। ਇਹਦੇ ਵਿੱਚ ਇਹ ਮਤ ਕਹੋ ਕਿ ਆਪਾਂ ਉਸ ਦੀ ਕੋਈ ਬੇਅਦਬੀ ਦੀ ਗੱਲ ਕਰ ਰਹੇ ਹਾਂ। ਜੇ ਉਹ ਇਕੱਲਾ ਸ਼ਹੀਦ ਹੁੰਦਾ ਤੇ ਹੋਰ ਗੱਲ ਸੀ, ਲੇਕਿਨ ਬੱਚੇ ਦਾ ਮੋਹ ਵੀ ਉਸਨੇ ਕੱਟਿਆ। ਉਸ ਵੇਲੇ ਸ਼ਹੀਦੀ ਵੇਲੇ ਉਹਦੇ ਸਾਹਮਣੇ ਉਸਦੇ ਬੱਚੇ ਨੂੰ ਸ਼ਹੀਦ ਕੀਤਾ ਗਿਆ। ਇਹ ਬਹੁਤ ਵੱਡੀ ਗੱਲ ਹੈ। ਨਹੀਂ ਤਾਂ ਬੰਦਾ ਮੋਹ ਵਿੱਚ ਆ ਕੇ ਵੀ ਆਪਣੇ ਧਰਮ ਨੂੰ ਛੱਡ ਜਾਂਦਾ ਹੈ, ਪਰ ਨਹੀਂ, ਬੰਦਾ ਸਿੰਘ ਬਹਾਦਰ ਆਪਣੇ ਬੱਚੇ ਦੀ ਸ਼ਹੀਦੀ ਦੇ ਸਾਹਮਣੇ ਵੀ ਉਸੇ ਤਰ੍ਹਾਂ ਗੁਰੂ ਸਾਹਿਬ ਦੇ ਬਚਨ ਤੇ ਪੂਰਾ ਉਤਰਦਾ ਹੋਇਆ ਸ਼ਹੀਦੀ ਪਾ ਜਾਂਦਾ ਹੈ। ਪਰ ਜਿਹੜਾ ਉਹ ਚਾਹੁੰਦਾ ਸੀ ਮੌਕੇ ਦਾ ਰਾਜਾ, ਉਸ ਦੀ ਗੱਲ ਪੂਰੀ ਨਹੀਂ ਹੋਣ ਦਿੱਤੀ। ਪੁਨ ਸਿੰਘਨ ਸਨ ਗੁਰੂ ਉਚਾਰਾ, ਮੋਹਿ ਪੰਥ ਨਹਿ ਕਾਚ ਅਚਾਰਾ। ਫੇਰ ਸਤਿਗੁਰੂ ਪਾਤਸ਼ਾਹ ਸਿੰਘਾਂ ਨੂੰ ਕਹਿਣ ਲੱਗੇ, ਸਿੰਘੋ ਮੇਰਾ ਪੰਥ ਜਿਹੜਾ ਹੈ ਇਹਦਾ ਕੱਚਾ ਆਚਾਰ ਹੁੰਦਾ, ਚਾਲ ਚੱਲਣ। ਇਹਦਾ ਚਾਲ ਚੱਲਣ ਮੈਂ ਬਹੁਤ ਉੱਚਾ ਬਣਾਇਆ। ਆਪ ਜੀ ਨੂੰ ਪਤਾ ਨਾ, ਪਿੱਛੇ ਇੱਕ ਜੰਗ ਦੇ ਵਿੱਚ ਜਦ ਸਿੰਘ ਵਾਪਸ ਆਏ ਸੀ ਜੰਗ ਜਿੱਤ ਕੇ ਮੁਗਲਾਂ ਦੇ ਨਾਲੋਂ, ਇੱਕ ਲੜਕੀ ਜੰਗ ਦੇ ਵਿੱਚੋਂ ਲੈ ਆਂਦੀ, ਤੇ ਗੁਰੂ ਸਾਹਿਬ ਨੂੰ ਪਤਾ ਲੱਗ ਗਿਆ, ਤੇ ਗੁਰੂ ਸਾਹਿਬ ਨੇ ਤਲਬ ਲਏ ਸਿੰਘ। ਉਹ ਕਹਿੰਦੇ ਮੈਨੂੰ ਪਤਾ ਲੱਗਿਆ ਕੋਈ ਮੁਸਲਮਾਨ ਲੜਕੀ ਤੁਹਾਡੇ ਨਾਲ ਆ ਗਈ। ਕਹਿੰਦੇ ਹਾਂ ਜੀ। ਉਹ ਲੈ ਜਾਂਦੇ ਆ ਸਾਡੀਆਂ ਚੱਕ ਕੇ ਹਿੰਦੂਆਂ ਦੀਆਂ ਲੜਕੀਆਂ, ਤੇ ਅਸੀਂ ਇੱਕ ਲਿਆਏ, ਫਿਰ ਕੀ ਹੋ ਗਿਆ? ਤੇ ਪਾਤਸ਼ਾਹ ਕਹਿੰਦੇ ਹਮ ਪੰਥ ਲੈ ਜਾਣੋ ਉਚੇਰੇ, ਅਸੀਂ ਤਾਂ ਪੰਥ ਉੱਚਾ ਲੈ ਕੇ ਜਾਣਾ। ਜਾਓ ਉਸ ਲੜਕੀ ਨੂੰ ਸਹੀ ਸਲਾਮਤ ਉਹਦੇ ਮਾਂ ਬਾਪ ਕੋਲ ਛੱਡ ਕੇ ਆਓ। ਕਹੋ ਸਤਨਾਮ ਸੀ। ਤਾਂ ਪਾਤਸ਼ਾਹ ਤਾਂ ਇੰਨਾ ਲੰਮਾ ਸੋਚਦੇ ਆ, ਸਿੰਘੋ ਸਾਡਾ ਪੰਥ ਕੋਈ ਕੱਚੀਆਂ ਪਿੱਲੀਆਂ ਦਾ ਨਹੀਂ ਹੈ, ਉੱਚੇ ਚਾਲ ਚੱਲਣ ਦਾ ਪੰਥ ਬਣਾਇਆ ਮੈਂ। ਨਹਿ ਬਿਗਰੇ ਕੋ ਸਕੈ ਬਿਗਾਰੇ, ਰਹੋ ਦੇਸ਼ ਤਿਸ ਬਨੋ ਜੁਝਾਰੇ। ਉਹ ਜੋਧੇ ਬਣੋ ਸਿੰਘੋ, ਜੋਧੇ ਬਣੋ, ਸਾਡੇ ਪੰਥ ਨੂੰ ਕੋਈ ਵਿਗਾੜ ਨਹੀਂ ਸਕਦਾਗਾ, ਆਪਣੇ ਦੇਸ਼ ਵਿੱਚ ਰਹੋ। ਬੇਮੁਖ ਕੋ ਤਜ ਦੀਜੈ ਸੰਗ, ਆਪ ਸ਼ਰੋਮਣ ਬਨੋ ਨਿਸੰਗ। ਜੇ ਉਹ ਮੈਥੋਂ ਬੇਮੁਖ ਹੋ ਗਿਆ ਤੇ ਫਿਰ ਛੱਡ ਦਿਓ ਸਾਥ ਉਸ ਦਾ, ਔਰ ਤੁਸੀਂ ਇਹ ਸ਼੍ਰੋਮਣੀ ਪੰਥ ਦੇ ਮਾਲਕ ਹੋ।
संपत कितक समा जब आवे राज खालसे को होए जावे। ਸੰਮਤ ਕਿਤਕ ਕੁਝ ਸਾਲਾਂ ਦੇ ਬਾਅਦ ਸਮਾਂ ਆਵੇਗਾ, ਖਾਲਸਾ ਰਾਜ ਵੀ ਕਰੇਗਾ। अवनी के मालक बन जय है मारत मरत तबह बिगते है। ਇਸ ਤਰ੍ਹਾਂ ਇੱਕ ਸਮਾਂ ਆਵੇਗਾ, ਖਾਲਸਾ ਪੰਥ ਦਾ ਰਾਜ ਵੀ ਹੋਵੇਗਾ ਔਰ ਇਸ ਤਰ੍ਹਾਂ ਦੁਨੀਆ ਵਿੱਚ ਜੰਗਾਂ ਯੁੱਧਾਂ ਦੇ ਰਾਹੀਂ ਪ੍ਰਗਟ ਹੋਵੇਗਾ। इम सतगुर श्री बचन उचारे सुन के भय आनंदित सारे। ਇਉਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਵਿੱਖਤ ਦੇ ਬਚਨ ਵੀ ਕਰ ਦਿੱਤੇ। ਪੰਜਾਂ ਸਿੰਘਾਂ ਨੂੰ ਵੀ ਸ਼ਾਂਤੀ ਆਈ ਵੀ ਠੀਕ ਹੈ, ਪਾਤਸ਼ਾਹ ਦੇ ਹੁਣ ਅਗਲੇ ਬਚਨ ਚੱਲਣਗੇ। शाहो बहादुर शीस निभाए डेरे गमन सहज सुभाए। ਤੇ ਬਹਾਦਰ ਸ਼ਾਹ ਵੀ ਇਹ ਬਚਨ ਸੁਣ ਕਰਕੇ ਸਤਿਗੁਰ ਨਮਸਕਾਰ ਕਰਕੇ ਆਪਣੇ ਡੇਰੇ ਭਾਵ ਤੰਬੂ ਵੱਲ ਜਿੱਥੇ ਉਤਾਰਾ ਕੀਤਾ ਚਲਿਆ ਗਿਆ। जह कह लिखे भेजे परवाने लश्कर चढ़े महद बही जाने। ਇਸ ਤਰ੍ਹਾਂ ਗੁਰੂ ਪਿਆਰਿਓ ਬਹਾਦਰ ਸ਼ਾਹ ਨੇ ਆਪਣੇ ਸੂਬੇਦਾਰਾਂ ਨੂੰ ਚਿੱਠੀਆਂ ਪਾ ਦਿੱਤੀਆਂ ਬਈ ਲਸ਼ਕਰ ਇਕੱਠਾ ਕਰਕੇ ਬੰਦਾ ਸਿੰਘ ਬਹਾਦਰ ਨੂੰ ਹੁਣ ਤੁਸੀਂ ਪੜ੍ਹ ਸਕਦੇ ਹੋ। ਗੁਰੂ ਸਾਹਿਬ ਨੇ ਆਪਣੀ ਸ਼ਕਤੀ ਜਿਹੜੀ ਆ ਉਹ ਖਿੱਚ ਲਈ ਆ। ਅਸਲ ਵਿੱਚ ਗੁਰੂ ਸਾਹਿਬ ਨਹੀਂ ਖਿੱਚਣੀ ਚਾਹੁੰਦਾ, ਉਹ ਆਪ ਹੀ ਉਹ ਸ਼ਕਤੀ ਤੋਂ ਮਨੁੱਕਰ ਹੋ ਗਿਆ ਹੈ। ਤਾਂ ਬੰਦਾ ਸਿੰਘ ਬਹਾਦਰ ਨੂੰ ਗੁਰੂ ਪਿਆਰਿਓ ਫਿਰ ਫੜਨ ਵਾਸਤੇ ਬਹਾਦਰ ਸ਼ਾਹ ਆਪਣੀ ਲਸ਼ਕਰ ਨੂੰ ਫੌਜਾਂ ਨੂੰ ਸਲਾਹਾਂ ਦਿੰਦਾ, ਚਿੱਠੀਆਂ ਪਾਉਂਦਾ। ਇਹ ਵਿਚਾਰਾਂ ਆਪਾਂ ਅਗਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਜੋ ਸਾਰਾ ਭੇਤ ਹੈ ਗੁਰੂ ਸਾਹਿਬ ਜੀ ਦਾ ਇਹ ਵੀ ਆਪਣੇ ਸੂਬਿਆਂ ਨੂੰ ਦਿੰਦਾ ਹੈ। ਔਰ ਫਿਰ ਕਿਸ ਤਰ੍ਹਾਂ ਬੰਦਾ ਸਿੰਘ ਬਹਾਦਰ ਦੀ ਅਗਲੀ ਲੜਾਈ ਹੁੰਦੀ ਹੈ ਜਿਹਦੇ ਵਿੱਚ ਬੰਦਾ ਸਿੰਘ ਬਹਾਦਰ ਕਾਫੀ ਸਿੰਘਾਂ ਦੇ ਸਮੇਤ ਗ੍ਰਿਫਤਾਰ ਹੋ ਜਾਂਦਾ ਤੇ ਫਿਰ ਅਗਲੀ ਵਿਚਾਰ ਕੀ ਹੁੰਦੀ ਹੈ ਆਪਾਂ ਅੱਗੇ ਸਰਵਣ ਕਰਦੇ ਰਹਾਂਗੇ। ਵਿਚਾਰਾਂ ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਨੇ ਕਾ ਅੱਖਰ ਬਾਅਦ ਘੱਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अगन हे पूरन हे सर्व मैं भंजन गुणतास। हे संगी हे निरंकार हे निर्गुण सब टेक हे गोविंद हे गुण निधान जापै सदा विवेक। हे अपरंपर हर हरे है पिहोवन हे संत कै सदा संग धारा आधार। हे ठाकुर हों दासरो मैं निर्गुण गुण नहीं कोई। नानक दीजै नाम दान आपो हिय परोय। आए प्रभ शरणागति कृपा निध दयाल एक अखर हर मन बसत होत निहाल। एक ओंकार सतगुरु ते प्रसाद सच। वाहिगुरु जी की फतेह है। विनाशन सोय। वाहिगुरु जी की फतेह है। विनाशन सोय। वाहिगुरु जी का खालसा वाहिगुरु जी की फतेह।